ਤਰਿਆ ਗੁਰੂ ਨਾਨਕ ਜਿਨ ਸੁਣਿਆ ਲਿਖਿਆ ਫਿਰ ਬਾਸ ਨਾ ਭਰਿਆ ਰੇ। ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਓ ਜੀ ਹਿਰਦੈ ਧਿਆਓ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਏਕ ਬਹਾਦਰ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਤਰ ਪੁਨ ਅੰਦੋਂ ਵਾਰ ਵਾਰ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮਰ ਹਰੀ ਸ਼ਾਂਤ ਸੁਨ ਸਰੋਨਨ ਬੈਨਾ ਅਨਪਨ ਬੈਨਾ ਬਾਣੀ ਪਨੀ ਰਸਾਰ। ਕਿਆ ਆਪ ਪੜੇ ਤੁਮ ਕਰੋ ਨਿਜ ਸਮਤ ਲਾਹਲ ਸਾਲ। ਸੋ ਕੀਰ ਸਿਖਾ ਕੋ ਭਰ ਲੇਖਾ ਪਾਂਦਾ ਹੋਏ ਬਤਾਏ। ਇਉ ਉਤਰ ਦੀਜੈ ਮਨ ਸਮਝੀਜੈ ਈਸ਼ਵ ਬੁਝੈ ਪੜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ
ਚਵਰ ਛਤਰ ਤਖਤ ਦੇ ਮਾਲਕ ਰਾਜ਼ਕ ਰਹੀਮ, ਦੁਨੀਆ ਨੂੰ ਰੋਜ਼ੀ ਦੇਣ ਵਾਲੇ ਸਤਿਗੁਰੂ, ਨਿਪਤਿਆਂ ਨੂੰ ਪਤ ਦੇਣ ਵਾਲੇ, ਨਿਛਤਿਆਂ ਨੂੰ ਛਤ ਦੇਣ ਵਾਲੇ, ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਗੁਰੂ ਪਿਆਰ ਦੇ ਭਿੱਜੇ ਹੋਏ ਸਦੇ ਨੂੰ ਕਬੂਲ ਕਰਦੇ ਗੁਰੂ ਪਿਆਰੀ ਸਾਧ ਸੰਗਤ ਪਹੁੰਚਣਾ ਕੀਤਾ ਹੈ। ਜੋ ਦੁਨੀਆ ਦੇ ਰਹਿਬਰੇ ਪੁਰਸ਼ ਵਾਲੀਏ ਕੁਲ ਆਲਮ ਪਿਆਰ ਦੀ ਮੂਰਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਆਪ ਸੰਗਤਾਂ ਪ੍ਰੇਮ ਸ਼ਰਧਾ ਭਾਵਨਾ ਦਾ ਸਦਕਾ ਸਰਵਣ ਕਰਦੇ ਹੋ। ਸਤਿਗੁਰਾਂ ਦਾ ਵੱਡਾ ਤਰਸ ਹੈ, ਤਰਸ ਪਿਆ ਸਤਿਗੁਰ ਸੱਜਣ ਤਰਸੀ ਹੈ ਤੇ ਗੁਰੂ ਮਹਾਰਾਜ ਦਾ ਘਰ ਬਹਿਣ ਵਾਸਤੇ ਪ੍ਰਾਪਤ ਹੋਇਆ ਹੈ। ਕਿਉਂਕਿ ਜਿੰਨਾ ਚਿਰ ਕਿਸੇ ਨੂੰ ਤਰਸ ਨਾ ਆਵੇ ਕੋਈ ਚੀਜ਼ ਦਿੰਦਾ ਨਹੀਂ ਪਿਆਰਿਓ। ਤੇ ਗੁਰੂ ਸਾਹਿਬ ਨੂੰ ਵੀ ਤਰਸ ਹੀ ਆਇਆ ਤੇ ਆਪਣੇ ਘਰ ਦਰ ਦੀ ਸੇਵਾ ਦਿੱਤੀ, ਆਪਾਂ ਨੂੰ ਕੋਲੇ ਬਿਠਾਇਆ ਹੈ। ਕੋਈ ਚੌਰ ਕਰ ਰਿਹਾ ਹੈ, ਕੋਈ ਬਾਣੀ ਪੜ੍ਹ ਰਿਹਾ ਹੈ, ਕੋਈ ਝਾੜੂ ਫੇਰ ਰਿਹਾ ਹੈ। ਤਨ ਮਨ ਧਨ ਦੇ ਨਾਲ ਜਿਤਨੀ ਯੋਗਾ ਵੀ ਕੋਈ ਹੈ ਉਤਨੀ ਸੇਵਾ ਕਰ ਰਿਹਾ ਹੈ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰਫਤਿਹ ਦੀ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਰੱਬ ਜੀ ਮਦਰਸੇ ਦੇ ਵਿੱਚ ਪੜ੍ਹਨੇ ਪਾਏ ਗਏ ਹਨ। ਮੇਰੇ ਗੁਰੂ ਨਾਨਕ ਸਾਹਿਬ ਨੂੰ ਕੌਣ ਪੜ੍ਹਾਉਣ ਵਾਲਾ ਹੈ? ਮਹਾਰਾਜ ਤਾਂ ਆਪ ਕਹਿੰਦੇ ਤੈਨੂੰ ਪੜ੍ਹਾਉਣ ਆਏ ਕਾਜੀ ਤੇ ਮੁੱਲਾਂ ਪੜ੍ਹ ਗਏ, ਸੋਫੀ ਬੰਦਿਆਂ ਨੂੰ ਵੀ ਨਾਮ ਦੇ ਨਸ਼ੇ ਚੜ੍ਹ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਇੰਨਾ ਕੁ ਨਸ਼ਾ ਹੈ, ਜਿਨ੍ਹਾਂ ਨੂੰ ਇਹ ਨਸ਼ਾ ਲੱਗ ਜਾਂਦਾ ਮੁੜ ਕੇ ਛੁੱਟਦਾ ਨਹੀਂ ਹੈ। ਜਿੱਦਾਂ ਇੱਕ ਦੁਨਿਆਵੀ ਨਸ਼ਾ ਹੈ ਨਾ ਸਾਧ ਸੰਗਤ ਜੀ, ਉਹ ਵੀ ਆਪਣੇ ਬੱਚਿਆਂ ਨੇ ਲਾ ਲਿਆ ਅੱਜ ਕੱਲ੍ਹ ਨੌਜਵਾਨੀ ਨੇ, ਨਹੀਂ ਛੁੱਟ ਸਕਦਾ। ਘਰਾਂ ਦੇ ਘਰ ਤਬਾਹ ਹੋ ਰਹੇ ਹੈ। ਇਸੇ ਤਰ੍ਹਾਂ ਮਾਰੇ ਕਹਿੰਦੇ ਨਾਨਕ ਸੱਚ ਰਤੇ ਸੇ ਅਮਲੀ, ਕਹਿੰਦੇ ਜਿਹੜੇ ਗੁਰੂ ਮਹਾਰਾਜ ਤੇਰੇ ਘਰ ਨਾਲ ਜੁੜ ਗਏ ਵੀ ਅਮਲੀ ਹੈ। ਅਤੇ ਅਮਲ ਦਾ ਅਸਰ ਪਤਾ ਕੀ ਹੈ? ਜਦੋਂ ਤੁਸੀਂ ਨਾ ਆਓ ਨਾ ਇੱਕ ਦੋ ਦਿਨ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਐਂ ਲੱਗਦਾ ਕੁਛ ਗਵਾਚ ਗਿਆ ਹੈ, ਮੇਰਾ ਕੋਈ ਕੁਛ ਖੋਹ ਕੇ ਲੈ ਗਿਆ ਹੈ। ਅੰਮ੍ਰਿਤ ਵੇਲੇ ਨਿਤਨੇਮ ਟੁੱਟ ਜਾਵੇ, ਕਈ ਅਭਿਆਸੀ ਰੂਹਾਂ ਤੁਹਾਡੇ 'ਚ ਬੈਠੀਆਂ, ਅਤੇ ਜਦੋਂ ਇੱਦਾਂ ਮਹਾਰਾਜ ਮਹਾਂਪੁਰਖ ਕਹਿੰਦੇ ਮਹਿਸੂਸ ਹੋਵੇ ਨਾ ਵੀ ਅੱਜ ਮੇਰਾ ਕੁਝ ਗਵਾਚ ਗਿਆ, ਅਤੇ ਫਿਰ ਸਮਝੋ ਤੁਹਾਨੂੰ ਰੰਗ ਲੱਗ ਗਿਆ ਹੈ। ਕਿਉਂਕਿ ਰੰਗ ਲੱਗੇ ਦੀ ਨਿਸ਼ਾਨੀ ਇਹ ਹੈ ਵੀ ਜਦੋਂ ਕਿਤੇ ਛੁੱਟੀ ਹੋ ਜੇ ਅਤੇ ਤੋੜਾ ਖੋਈ ਲੱਗਣੀ ਸ਼ੁਰੂ ਹੋ ਜੇ, ਫਿਰ ਸਮਝਣਾ ਸ਼ੁਰੂ ਕਰ ਦਿਓ ਕਿ ਤੁਸੀਂ ਉਸ ਪਿਆਰੇ ਦੇ ਘਰ ਪ੍ਰਵਾਨ ਹੋ ਚੁੱਕੇ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਿੱਚ ਪੈਣੀ ਉਦੋਂ ਜਦੋਂ ਰੰਗ ਲੱਗ ਗਿਆ, ਉਦੋਂ ਆਪੇ ਹੀ ਆਪ ਕਹਿਣਾ ਪੈਣਾ ਹੈ ਵੀ ਅੱਜ ਮੇਰੇ ਤੋਂ ਜਾਇਆ ਨਹੀਂ ਗਿਆ, ਅੱਜ ਤੇ ਮੇਰੀ ਮੌਤ ਹੀ ਹੋ ਗਈ ਹੈ। ਜਿਹਨੂੰ ਮਹਾਰਾਜ ਕਹਿੰਦੇ ਆਖਾਂ ਜੀਵਾਂ ਕਿ ਪਾਤਸ਼ਾਹ ਹੁਣ ਨਹੀਂ ਤੇਰੇ ਬਿਨਾਂ ਰਹਿ ਹੁੰਦਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਭਗਤ ਰਵਿਦਾਸ ਜੀ ਦਾ ਬੜਾ ਪਿਆਰਾ ਬਚਨ ਹੈ ਬਾਣੀ ਦੇ ਵਿੱਚ। ਭਗਤ ਜੀ ਕਹਿੰਦੇ ਜੋ ਤੁਮ ਗਿਰਵਰ, ਹਮ ਮੋਰਾ, ਗਿਰਵਰ ਕਹਿੰਦੇ ਪਹਾੜ ਨੂੰ, ਅਤੇ ਭਗਤ ਜੀ ਕਹਿੰਦੇ ਵੀ ਜੇ ਤੂੰ ਪਹਾੜ ਹੈ ਨਾ ਮੇਰੇ ਸਤਿਗੁਰੂ, ਅਤੇ ਮੈਂ ਮੋਰ ਹਾਂ। ਅਤੇ ਮੈਂ ਜਦੋਂ ਤੇਰੇ ਵੱਲ ਵੇਖਣਾ ਹੈ, ਤੇਰੀ ਹਰਿਆਲੀ ਵੱਲ ਵੇਖਣਾ ਹੈ, ਤੇਰੀ ਉਚਾਈ ਵੱਲ ਵੇਖਣਾ ਹੈ, ਤੇਰੀ ਮਹਿਕ ਵੱਲ ਵੇਖਣਾ ਹੈ, ਅਤੇ ਮੇਰਾ ਜੀਅ ਕਰਦਾ ਮੈਂ ਪੈਲ ਪਾ ਦਿਆਂ। ਇਸੇ ਤਰ੍ਹਾਂ ਗੁਰਸੰਗਤਾਂ ਗੁਰੂ ਅੱਗੇ ਬਹਿ ਜਾਂਦੀਆਂ ਪਿਆਰ ਨਾਲ। ਜਦੋਂ ਸਤਿਗੁਰੂ ਦੀ ਬਾਣੀ, ਗੁਰੂ ਕੇ ਪਿਆਰੇ ਸਹਿਜ ਪਾਠ ਚੱਲਦਾ, ਕਥਾ ਕੀਰਤਨ ਚੱਲਦਾ, ਬੰਦੇ ਦਾ ਰੋਮ ਰੋਮ ਖਿੜ ਜਾਂਦਾ। ਅਤੇ ਰੋਮ ਰੋਮ ਉਹਦਾ ਹੀ ਖਿੜਨਾ ਜਿਹਦੀਆਂ ਜੜ੍ਹਾਂ। ਕਈ ਕਹਿਣਗੇ ਜੀ ਸਾਨੂੰ ਆਨੰਦ ਨਹੀਂ ਆਉਂਦਾ ਬਾਣੀ ਦਾ, ਕਥਾ ਕੀਰਤਨ ਦਾ। ਮੈਂ ਕਿਹਾ ਪਾਣੀ ਉਸੇ ਦਰਖਤ ਨੂੰ ਅਸਰ ਕਰਦਾ ਜਿਹਦੀਆਂ ਜੜ੍ਹਾਂ ਅਜੇ ਹੈਗੀਆਂ ਹੈ। ਜਿਹਦੀਆਂ ਜੜ੍ਹਾਂ ਨੂੰ ਘੁਣ ਲੱਗ ਗਿਆ ਉਹਨੂੰ ਪਾਣੀ ਛੱਡ ਕੇ ਜੋ ਮਰਜ਼ੀ ਪਾ ਦਿਓ, ਉਹਨੂੰ ਕੁਛ ਨਹੀਂ ਲੱਗਣਾ।
ਕਿਉਂਕਿ ਕੁਝ ਫਸਲ ਐਸੀ ਹੁੰਦੀ ਜਿਹੜੀ ਸੋਕੀ ਪਾਣੀ ਨਾ ਜਾਵੇ ਉਹਨੂੰ ਕੌਣ ਹਰਿਆ ਕਰ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਭਗਤ ਜੀ ਕਹਿੰਦੇ ਜੋ ਤੁਮ ਗਿਰਵਰ ਤਾਉ ਹਮ ਮੋਰ। ਹੇ ਵਾਹਿਗੁਰੂ, ਜੇ ਤੂੰ ਪਹਾੜ ਹੈ ਤੇ ਮੈਂ ਤੇਰਾ ਮੋਰ ਹੈ, ਤੇ ਮੈਂ ਸਾਰੇ ਪਹਾੜ ਦੇ ਉੱਤੇ ਸੈਰ ਵੀ ਕਰਨੀ ਤੇ ਪੈਲ ਵੀ ਪਾਉਣੀ। ਇਹਦੇ ਅਰਥ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ, ਜੇ ਤੁਸੀਂ ਬਾਪੂ ਮੈਂ ਤੇਰਾ ਇੱਕ ਇੱਕ ਅੰਗ, ਇੱਕ ਇੱਕ ਅੱਖਰ, ਇੱਕ ਇੱਕ ਔਂਕੜ ਵੀ ਪੜ੍ਹ ਕੇ ਸਹਿਜ ਪਾਠ ਸੰਪੂਰਨ ਕਰ ਦਾਂਗਾ। ਪਿਆਰ ਹੀ ਹੈ ਨਾ, ਇੱਕ ਕੀੜੀ ਪੈਰ ਦੇ ਗੂਠੇ ਤੋਂ ਚੜ੍ਹੇ ਤੇ ਚੜ੍ਹਦੀ 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 ਤੁਹਾਡੇ ਨੱਕ 'ਤੇ ਆ ਜੇ ਤੇ ਕੇਸਾਂ ਤੱਕ ਪਹੁੰਚ ਜੇ, ਆਪਾਂ ਕਹਿਣਾ ਵੀ ਇਹਦਾ ਪੈਂਡਾ ਸਫਲ ਹੋ ਗਿਆ। ਇਸੇ ਤਰ੍ਹਾਂ ਜਿਹੜੇ ਅਭਿਆਸੀ ਰੱਬ ਦੇ ਪਿਆਰਿਓ, ਇੱਕ ਓਂਕਾਰ ਤੋਂ ਸ਼ੁਰੂ ਕਰਕੇ 18 10 20 ਮੇਰੇ ਖਿਆਲ ਬਹੁਤ ਵੱਡੇ ਭਾਗ ਆਪਾਂ ਸਾਰਿਆਂ ਦੇ ਕਿ ਗੁਰਬਾਣੀ ਦਾ ਸਹਿਜ ਪਾਠ ਭੋਗ ਦੇ ਨੇੜੇ ਤੇੜੇ ਜਾਣ ਵਾਲਾ ਹੈ। ਫਿਰ ਸਾਰੀ ਸੰਗਤ ਨੇ ਸਰਵਣ ਕੀਤਾ, ਪੜ੍ਹਨ ਵਾਲਿਆਂ ਨੂੰ ਤੇ ਆਪਾਂ ਕੀ ਦੇ ਸਕਦੇ ਰੱਬ ਦੇ ਪਿਆਰਿਆਂ ਨੂੰ, ਜਿਨ੍ਹਾਂ ਨੇ ਨੇਮ ਨਾਲ ਡਿਊਟੀ ਨਿਭਾਈ। ਇੱਦਾਂ ਖੁਸ਼ੀ ਆਉਂਦੀ ਸੰਗਤ ਵਿੱਚੋਂ ਸੇਵਾ ਕਰੇ, ਹੋਰ ਵੀ ਕੋਈ ਸੇਵਾ ਕਰੇ। ਚਲੋ ਟਾਈਮ ਇੱਕ ਹੁੰਦਾ 4 ਤੋਂ 5, ਪਹਿਲਾਂ ਵੀ ਕੋਈ ਆ ਜੇ ਦੁਪਹਿਰੇ, ਉੱਥੇ ਕਾਪੀ 'ਤੇ ਲਿਖਿਆ ਹੁੰਦਾ, ਜ਼ਰੂਰੀ ਨਹੀਂ ਗੁਪਤ ਵੀ ਸੇਵਾ ਕਰ ਸਕਦਾ। ਜਿੰਨੀ ਸੇਵਾ ਕੀਤੀ 5 ਦਾ ਹੰਗ ਕਾਪੀ 'ਤੇ ਲਿਖ ਦਿੱਤੇ, ਆਖੋ ਸਤਿਨਾਮ ਵਾਹਿਗੁਰੂ। ਤੇ ਭਗਤ ਜੀ ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ, ਕਹਿੰਦੇ ਵਾਹਿਗੁਰੂ ਜੀ ਜੇ ਤੁਸੀਂ ਪਹਾੜ ਹੋ ਤੇ ਮੈਂ ਤੇਰਾ ਮੋਰ ਹਾਂ। ਫਿਰ ਅਗਲੀ ਪੰਕਤੀ 'ਚ ਕਹਿੰਦੇ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਕਹਿੰਦੇ ਵਾਹਿਗੁਰੂ ਜੀ ਜੇ ਤੂੰ ਚੰਦ ਹੈ ਨਾ, ਮੇਰਾ ਚੰਦਰਮਾ ਹੈ, ਤੇ ਮੈਂ ਤੇਰੀ ਚਕੋਰ ਬਣ ਜਾ। ਹੁਣ ਚਕੋਰ ਦਾ ਭਾਵ ਹੈ ਸਾਰੀ ਰਾਤ ਪੁੰਨਿਆਂ ਵਾਲੀ। ਕੱਲ੍ਹ ਨੂੰ ਅਮਾਵਸ ਦਾ ਦਿਹਾੜਾ ਹੈ, ਆਖੋ ਸਤਿਨਾਮ। ਅਮਾਵਸ ਦੀ ਰਾਤ ਕਾਲੀ ਹੁੰਦੀ ਹੈ, ਪੁੰਨਿਆਂ ਦੀ ਪੂਰਨਮਾਸੀ ਨੂੰ ਪੂਰਾ ਚੰਦ ਹੁੰਦਾ। ਤੇ ਉਹ ਕਹਿੰਦੇ ਜਿਹੜੀ ਚਕੋਰ ਹੁੰਦੀ ਹੈ ਸਾਰੀ ਰਾਤ 1 ਮਿੰਟ ਵੀ ਆਪਣਾ ਪੈਰ ਨਹੀਂ ਪੁੱਟਦੀ। ਜਿੱਥੇ ਇੱਕ ਵਾਰੀ ਸਮਾਧੀ ਲਾ ਲੈਂਦੀ, ਬਸ ਉਹਦੀ ਧੌਣ ਹੀ ਘੁੰਮਦੀ। ਜਿਵੇਂ ਜਿਵੇਂ ਚੰਦਰਮਾ ਘੁੰਮੀ ਜਾਂਦਾ ਉਵੇਂ ਉਵੇਂ ਉਹਦੀ ਧੌਣ ਘੁੰਮੀ ਜਾਂਦੀ ਹੈ। ਕਹਿੰਦੇ ਸਿੱਖਾ ਇੱਦਾਂ ਦਾ ਪਿਆਰ ਕਰਿਆ ਕਰ ਓਏ, ਜਦੋਂ ਇੱਕ ਵਾਰੀ ਗੁਰੂ ਕੋਲ ਬਹਿ ਜੇ ਤੈਨੂੰ ਚੇਤਾ ਹੀ ਭੁੱਲ ਜੇ। ਅਤੇ ਆਪਾਂ ਨੂੰ ਤਾਂ ਕਾਹਲੀ ਪੈਂਦੀ ਹੈ, 5-7 ਮਿੰਟ ਕਿਤੇ ਬਹਿ ਜਾਈਏ, ਪਾਠ ਚੱਲਦਾ ਹੋਵੇ ਅਤੇ ਆਖੀ ਇੱਕ ਬੈਠਾ ਦੂਜਾ ਕਹਿੰਦਾ ਚੱਲੀਏ, ਆਖੋ ਸਤਿਨਾਮ। ਉਹਨੂੰ ਵੀ ਨਹੀਂ ਬਹਿਣ ਦਿੰਦੇ। ਅਤੇ ਜੇ ਕਿਤੇ ਵਿਆਹ ਸ਼ਾਦੀ ਹੋਵੇ ਤਾਂ ਫਿਰ ਉੱਠਣ ਦਾ ਨਾਂ ਨਹੀਂ ਲੈਂਦੇ। ਜਿਹਨੂੰ ਮਹਾਰਾਜ ਕਹਿੰਦੇ ਬੁਰੇ ਕਾਮ ਕੋ ਊਠ ਨਾਮ ਕੀ ਵੇਲਾ, ਕਹਿੰਦੇ ਨਾ ਬਾਜ਼ਾਰ 'ਚ ਕਾਹਲਾ ਪੈਂਦਾ, ਨਾ ਪੈਲਸ 'ਚ ਕਾਹਲਾ ਪੈਂਦਾ, ਨਾ ਹਸਪਤਾਲਾਂ 'ਚ। ਉਹੀ ਡਾਕਟਰ ਕਹਿੰਦੇ ਬਹਿ ਜਾ ਆਰਾਮ ਨਾਲ, 1 ਮਹੀਨੇ ਬਾਅਦ ਮਿਲਣੀ ਛੁੱਟੀ। ਆਰਾਮ ਨਾਲ ਬਹਿ ਜਾਂਦਾ ਕੁਰਸੀ 'ਤੇ। ਪਰ ਜਦੋਂ ਗੁਰੂ ਘਰ ਆਊਗਾ ਉਦੋਂ ਬੜਾ ਕਾਹਲਾ ਪੈਂਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਭਗਤ ਜੀ ਕਹਿੰਦੇ ਜੋ ਤੁਮ ਚੰਦ ਤੋ ਹਮ, ਕਿ ਸਤਿਗੁਰੂ ਤੂੰ ਚੰਦਰਮਾ ਤੇ ਮੈਂ ਤੇਰੀ ਚਕੋਰ ਹਾਂ। ਫਿਰ ਸੱਚੇ ਪਾਤਸ਼ਾਹ ਦੇ ਪਿਆਰੇ ਕਿੰਨੇ ਪਿਆਰ ਵਿੱਚ ਕਹਿੰਦੇ ਨੇ ਮਾਧਵੇ ਤੁਮਨ ਤੋਰੋ। ਵੈਸੇ ਪਾਠ ਜਿਹੜਾ ਹੈ ਤੁਮ ਨਾਂ ਦੇ ਵਿੱਚ ਗਾਇਬ ਹੈ, ਵੱਖਰਾ ਨੰਨਾ ਏ, ਪਰ ਮਹਾਂਪੁਰਖ ਕਹਿੰਦੇ ਪਾਠ ਆਪਾਂ ਇਕੱਠਾ ਵੀ ਕਰ ਸਕਦੇ ਕਿ ਤੁਮਨ ਤੋਰੋ, ਕਿ ਇਹ ਵਾਹਿਗੁਰੂ ਜੇ ਤੂੰ ਤੋੜ ਦੇ ਤੈਨੂੰ ਕੋਈ ਫਰਕ ਨਹੀਂ ਪੈਂਦਾ। ਤੂੰ ਸਾਡੇ ਨਾਲੋਂ ਪਿਆਰ ਤੋੜ ਲੈ ਤੈਨੂੰ ਕੋਈ ਫਰਕ ਨਹੀਂ ਪੈਣਾ, ਪਰ ਸਾਡਾ ਕੱਖ ਨਹੀਂ ਰਹਿਣਾ, ਆਖੋ ਸਤਿਨਾਮ। ਕਈ ਵਾਰੀ ਆਪਾਂ ਕਹਿੰਦੇ ਨਾ ਵਾਹਿਗੁਰੂ ਪ੍ਰਵਾਹ ਨਹੀਂ ਕਰਦਾ ਪਿਆਰਿਓ, ਆਪਾਂ ਨੂੰ ਉਹਨੂੰ ਚੇਤੇ ਕਰਨਾ ਪੈਣਾ। ਉਹਨੂੰ ਤਾਂ ਕੋਈ ਫਰਕ ਨਹੀਂ, ਉਹ ਤਾਂ ਵਿਸ਼ਾਲ ਹੈ, ਵੱਡਾ ਏ। ਮਹਾਰਾਜ ਕਹਿੰਦੇ ਸੁਣ ਵੱਡਾ ਆਖੈ ਸਭ ਕੋਈ ਕੇਵਟ ਵੱਡਾ ਜੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸੁਨਾਏ। ਕਹਿੰਦੇ ਇੰਨਾ ਵੀ ਤੇਰੀ ਕੀਮਤ ਤਾਂ ਨਹੀਂ ਪਾ ਸਕੇ, ਪਰ ਜਿਨ੍ਹਾਂ ਨੇ ਤੈਨੂੰ ਪਿਆਰ ਕੀਤਾ ਤੇਰੇ ਵਿੱਚ ਸਮਾ ਜ਼ਰੂਰ ਗਏ। ਆਓ ਯਤਨ ਕਰੀਏ ਆਪਾਂ ਵੀ, ਸਤਿਗੁਰੂ ਸਾਨੂੰ ਵੀ ਆਪਣੇ ਵਿੱਚ ਸਮਾ ਲਓ ਜੀ। ਵਾਹਿਗੁਰੂ 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 ਵਾਹਿਗੁਰੂ
प्रीत हम तुम स्यों जोरी। साची प्रीत हम तुम स्यों जोरी। साची प्रीत हम तुम स्यों जोरी। तुम स्यों जोर अवर संग तोरी। 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 तुम स्यों जोर अवर संग साची तोरी। प्रीत हम तुम स्यों जोरी। साची प्रीत हम तुम स्यों जोरी। साची प्रीत हम तुम स्यों जोरी। वाह। साची प्रीत हम तुम स्यों जोरी। तुम स्यों जोर अवर संग तोरी। 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 ਧੰਨ ਭਗਤ ਜੀ ਕਹਿੰਦੇ ਮੈਂ ਤਾਂ ਤੇਰੇ ਨਾਲ ਜੋੜ ਲਈ ਹੈ, ਹੁਣ ਸਾਰਿਆਂ ਨਾਲ ਤੋੜ ਲਈ ਹੈ। ਤੇ ਦਰਅਸਲ ਇਸ ਮਾਰਗ ਤੇ ਸੰਗਤ ਜੀ ਜਾ ਹੀ ਹੋ ਸਕਦਾ ਜਿਹਨੇ ਦੂਜਿਆਂ ਨਾਲੋਂ ਤੋੜ ਲਈ ਹੈ। ਤੇ ਜਿਹਦੀ ਜੁੜੀ ਦੂਜਿਆਂ ਨਾਲ ਉਹਨੂੰ ਕਿੱਥੇ ਬਾਣੀ ਚੰਗੀ ਲੱਗਦੀ, ਕਿੱਥੇ ਉਹਨੂੰ ਕਥਾ ਕੀਰਤਨ 'ਚ ਬਹਿਣ ਨੂੰ ਦਿਲ ਕਰਦਾ। ਉਹ ਤੇ ਕਹਿੰਦਾ ਮੇਰਾ ਘਰ, ਮੇਰੇ ਬੱਚੇ, ਮੇਰਾ ਚੁੱਲ੍ਹਾ ਚੌਂਕਾ। ਤੇ ਮਾਰੇ ਭਗਤ ਜੀ ਕਹਿੰਦੇ ਤੁਮਨ ਤੋਰੋ ਤੋ ਹਮ ਨਹੀਂ ਤੋਰੈ। ਕਹਿੰਦੇ ਵਾਹਿਗੁਰੂ ਤੂੰ ਤੋੜ ਲੈ, ਤੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਤੇ ਨਹੀਂ ਉਹ ਤੋੜਨੀ। ਭਾਵੇਂ ਮੇਰਾ ਬੰਦ ਕੱਟਿਆ ਜਾਵੇ, ਭਾਵੇਂ ਚਰਖੀ ਤੇ ਚੜ੍ਹ ਜਾ, ਭਾਵੇਂ ਆਰੇ ਨਾ ਚੀਰਿਆ ਜਾਵਾਂ। ਫਿਰ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਸੱਚਾ ਪਿਆਰ ਕੀਤਾ ਤੈਨੂੰ ਵਾਹਿਗੁਰੂ, ਝੂਠਾ ਨਹੀਂ। ਦੁਨੀਆ ਝੂਠਾ ਕਰਦੀ ਹੈ, ਮਾਫੀ ਦੇ ਦਿਓ ਕਹਿਣਾ ਪੈ ਰਿਹਾ। ਕਈ ਸੰਗਤਾਂ ਮੈਂ ਵੇਖੀਆਂ ਵੀ ਜਦੋਂ ਲੋੜ ਹੁੰਦੀ ਉਦੋਂ ਨਾ ਪਾਠ ਕਰਨੇ ਗਿਣਤੀ ਦੇ, ਵੀ ਆ ਮਹਾਰਾਜ ਮੇਰਾ ਕਾਰਜ ਹੋਣ ਵਾਲਾ ਤੇ ਇਹਨੂੰ ਸਿਰੇ ਚੜ੍ਹਾ ਦਿਓ ਤੇ ਮੈਂ ਇੰਨੇ ਪਾਠ ਕਰ ਲਾਂਗਾ। ਜਿਹਦਾ ਕਾਰਜ ਹੋ ਗਿਆ ਫਿਰ ਨਹੀਂ। ਮਹਾਰਾਜ ਕਹਿੰਦੇ ਸੌਦਾ ਨਾ ਕਰਿਆ ਕਰ, ਉੱਦਾਂ ਪ੍ਰੇਮ 'ਚ ਪਾਠ ਕਰਿਆ ਕਰ। ਤੇਰੇ ਕਹਿਣ ਤੋਂ ਬਿਨਾਂ ਹੀ ਮੈਂ ਤੇਰੀਆਂ ਮੰਗਾਂ ਪੂਰੀਆਂ ਕਰ ਦੇਣੀਆਂ। ਅਰਦਾਸ ਦੇ 4 ਅੱਖਰ ਹੈ ਜੀ, ਐੜਾ ਅੰਤਰਜਾਮੀ। ਵੀ ਤੇਰੇ ਕਹਿਣ ਤੋਂ ਬਿਨਾਂ ਉਹਨੂੰ ਪਤਾ ਵਾ, ਕਿਉਂਕਿ ਉਹਨੇ ਤੈਨੂੰ ਬਣਾਇਆ ਏ। ਤੇ ਜਿਹੜੀ ਚੀਜ਼ ਕਿਸੇ ਨੇ ਬਣਾਈ ਹੋਵੇ, ਉਹਨਾਂ ਮਿਸਤਰੀ ਵਿਚਾਰੇ ਸਵੇਰ ਦੇ ਲੱਗੇ। ਕਿਸੇ ਪ੍ਰੇਮੀ ਦਾ ਮਹਾਰਾਜ ਨੇ ਕਿਰਪਾ ਕੀਤੀ ਆ, ਸੋਹਣੇ ਪਰਦਿਆਂ ਦੀਆਂ ਗਰਿੱਲਾਂ ਲਾ ਗਏ ਹੈ। ਤੇ ਇਹਨਾਂ ਨੂੰ ਸਾਰਾ ਪਤਾ ਹੈ ਵੀ ਕਿੰਨੇ ਮਿੰਟ 'ਚ ਲੱਗਣੀ, ਕੀ ਪੇਚ ਹੈ, ਕੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੈਨੂੰ ਬਣਾਇਆ ਪਰਮੇਸ਼ਰ ਨੇ, ਉਹਨੂੰ ਨਹੀਂ ਪਤਾ ਵੀ ਤੈਨੂੰ ਕੀ ਕੀ ਚਾਹੀਦਾ। ਤੈਨੂੰ ਜੋ ਚਾਹੀਦਾ ਉਹਨੂੰ ਪਤਾ ਹੈ। ਜਿਸ ਤਰ੍ਹਾਂ ਮਕੈਨਿਕ ਨੂੰ ਪਤਾ ਹੁੰਦਾ, ਗੱਡੀ ਦਾ ਸਲਫ ਮਾਰ ਕੇ ਦੱਸ ਦਿੰਦਾ ਵੀ ਇਹਨੂੰ ਕੀ ਨੁਕਸ ਹੈ। ਆਪਾਂ ਸਾਰੇ ਕਿਹਦੇ ਹੈ? ਰੱਬ ਦੇ। ਤੇ ਜਦੋਂ ਆਪਾਂ ਉਹਨੂੰ ਚੇਤੇ ਕਰਦੇ, ਉਹਨੂੰ ਸਭ ਪਤਾ। ਐੜੇ ਦਾ ਭਾਵ ਅੰਤਰਜਾਮੀ, ਰਾਰੇ ਦਾ ਭਾਵ ਰੱਖਿਆ ਕਰਨ ਵਾਲਾ। ਰੱਖਿਆ ਕਰਦਾ ਤੇ ਸੁੱਤੇ ਉੱਠ ਪਈਦਾ, ਜਿੱਦਣ ਉਹਨੇ ਛੱਡਤਾ ਆਪਾਂ ਉੱਠਣਾ ਹੀ ਨਹੀਂ, ਕਿਉਂਕਿ ਉਹ ਰੱਖਿਆ ਕਰ ਰਿਹਾ ਸਵਾਸ ਦੇ ਕੇ। ਕੌਣ ਦਿੰਦਾ ਹੀ ਸਵਾਸ ਆ? 4 ਦਿਨ ਆਕਸੀਜਨ ਲਵਾ ਕੇ ਵੇਖਿਓ। ਪਹਿਲੀ ਗੱਲ ਤੇ ਬਾਪੂ ਕਹਿੰਦਾ ਜਿਹੜਾ ਇੱਥੇ ਬਹਿ ਜਾਂਦਾ ਉਹਨੂੰ ਮੈਂ ਹਸਪਤਾਲ ਨਹੀਂ ਜਾਣ ਦਿੰਦਾ। ਆਖੋ ਵਾਹਿਗੁਰੂ।
ये महाराज दियां बख्शिशां ए। आपां क्यों जाइए, जान दुश्मन आखो सतनाम। तो महाराज सच्चे पातशाह दया दे सागर कहंदे रारा रखिया करन वाला जिहड़ा 24 घंटे तैनूं सवास दे रिहा, ले हुणे साह हुणों हट जे तो अपना अखां बाहर आ जाणियां ते आपां इदां करन दै बना भी मेरा साह गया मैनूं बचा लो। ਉਹ ਚੇਤਾ ਕਰਾਉਂਦਾ ਵੀ ਤੈਨੂੰ ਮੈਂ ਰੋਜ਼ ਸਵਾਸ ਦਿੰਦਾ ਹੈ ਤੇ ਤੂੰ ਮੇਰੇ ਕੋ ਆ ਕੇ ਕਾਲਾ ਕਾਹਤੋਂ ਪੈਣਾ। ਬਾਕੀ ਥਾਵਾਂ 'ਤੇ ਕਦੇ ਕਾਲਾ ਨਹੀਂ ਪੀਂਦਾ। ਦੁਕਾਨ 'ਚ ਇੱਕ ਵਾਰੀ ਵੜ ਗਿਆ 4 ਘੰਟੇ ਉੱਥੇ ਬੈਠਾ ਰਿਹਾ, ਪਰ ਜਦੋਂ ਕਿਤੇ ਮਹਾਰਾਜ ਦੇ ਕੋਲ ਬਹਿੰਦਾ ਕਥਾ ਕਿ ਬਾਬਾ ਸਮਾਪਤੀ ਕਦੋਂ ਕਰਨੀ ਆਖੋ ਸਤਨਾਮ, ਪਹਿਲਾਂ ਪੁੱਛਣਗੇ ਕਿੰਨਾ ਕੁ ਚਿਰ ਬਹਿਣਾ ਪਊ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਰਾ ਰੱਖਿਆ ਕਰਨ ਵਾਲਾ ਤੇ ਦੱਦਾ ਦਾਤਾਂ ਦੇਣ ਵਾਲਾ। 4 ਅੱਖਰ ਮੈਂ ਪੰਛੀ ਝਾਤੀ ਕਿਉਂਕਿ ਇੰਨੇ ਵਿਦਵਾਨ ਤਾਂ ਨਹੀਂ ਆ। ਕਹਿੰਦੇ ਦਾਤਾ ਦਾਤਾਂ ਦੇਣ ਵਾਲਾ, ਅੱਖਾਂ ਦਿੱਤੀਆਂ ਤੈਨੂੰ, ਕੰਨ ਦਿੱਤੇ, ਪੈਰ ਹੱਥ ਗੁਰਦੇ ਮੰਗੇ ਸੀ। ਆਪਾਂ ਨੂੰ ਤਾਂ ਪਤਾ ਹੀ ਨਹੀਂ ਆਪਾਂ ਕਿੱਥੋਂ ਆਏ ਹਾਂ ਅਤੇ ਕੀ ਆਪਾਂ ਚੀਜ਼ ਹਾਂ ਅਤੇ ਕਦੋਂ ਆਪਾਂ ਟੁਰ ਜਾਣਾ ਹੈ। ਅਤੇ ਅੱਖੇ ਆਖਰੀ ਸ਼ਬਦ ਹੈ ਸੱਸਾ। ਸੱਸੇ ਦਾ ਮਤਲਬ ਸਹਾਰਾ। ਜਿੱਦਣ ਸਾਰੇ ਸਾਥ ਛੱਡ ਗਏ ਨਾ, ਲੱਤਾਂ ਤੋਂ ਫੜ ਕੇ 2 ਜਾਣਿਆਂ ਅਤੇ 2 ਨੇ ਸਿਰ ਤੋਂ ਲੋਈ ਜੀ ਦੇ ਵਿੱਚ ਹੀ ਚੱਕ ਲੈਂਦੇ ਆਖੋ ਸਤਨਾਮ, ਅਤੇ ਚੱਕ ਕੇ ਲੱਤਾਂ ਬਾਹਾਂ ਤੋਂ ਲੱਕੜਾਂ 'ਤੇ ਧਰ ਦੇਣਾ। ਅਤੇ ਮਹਾਰਾਜ ਕਹਿੰਦੇ ਸੱਸਾ ਸਹਾਰਾ, ਇੱਥੇ ਤੇਰੇ ਸਾਰੇ ਸਹਾਰਿਆਂ ਪਿਛਾਂ ਹੋ ਜਾਣਾ ਏ, ਉੱਥੇ ਫਿਰ ਪਰਮਾਤਮਾ ਨੇ ਤੇਰੀ ਬਾਂਹ ਫੜਨੀ। ਜਿੱਥੇ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਸਾਰੇ ਪਿਛਾਂ ਹੋ ਕੇ ਰੋਣਗੇ ਜ਼ਰੂਰ ਅੱਖਾਂ ਦੀਆਂ ਗਿੱਲੀਆਂ ਕਰਕੇ। ਜੇ ਕਈ ਕਹਿਣਗੇ ਤੂੰ ਤੇਰੀ ਆਈ ਮੈਨੂੰ ਆ ਜਾਂਦੀ, ਕਿਤੇ ਤੂੰ ਕਿਉਂ ਤੁਰ ਗਿਆ। ਅਤੇ ਇੱਕ ਥਾਂ ਮਹਾਂਪੁਰਖ ਭਜਨ ਸੁਣਾਉਂਦੇ, ਕਹਿੰਦੇ ਇੱਦਾਂ ਕਿਸੇ ਦਾ ਪਤੀ ਮਰ ਗਿਆ ਅਤੇ ਉਹ ਇੱਦਾਂ ਜੁੜੇ ਸੀ ਅਤੇ ਬਾਬਾ ਜੀ ਵੀ ਗਏ ਅਤੇ ਉਹ ਕਹਿੰਦੇ ਬਾਬਾ ਜੀ ਮੈਂ ਨਹੀਂ ਰਹਿ ਸਕਦੀ, ਮੇਰੀ ਜ਼ਿੰਦਗੀ ਉਜੜ ਗਈ ਹੈ, ਇਹਨੂੰ ਉਠਾਓ ਤੁਸੀਂ, ਇਹਦੀ ਮੈਨੂੰ ਆ ਜਾਂਦੀ, ਇਹ ਕਿਉਂ ਤੁਰ ਗਿਆ। ਬੱਚੇ ਨਿੱਕੇ ਅਤੇ ਮਹਾਂਪੁਰਖ ਪੁੱਜੇ ਸੀ, ਕਹਿੰਦੇ ਬੀਬੀ ਚੁੱਪ ਕਰ ਆਪਾਂ ਹੱਲ ਕਰ ਦੇਣੇ। ਕਹਿੰਦੀ ਉਠਾ ਦੋਗੇ, ਕਹਿੰਦੇ ਉਠਾ ਦਾਂਗੇ, ਪਰ ਇੱਕ ਸ਼ਰਤ ਹੈ। ਇੱਕ ਬਾਟਾ ਮੰਗਾਇਆ, ਵਿੱਚ ਜਲ ਪਾਇਆ, 2 ਮਿੰਟ ਪਾਠ ਕੀਤਾ, ਕਹਿੰਦੇ ਛਕ ਲਾ। ਕਹਿੰਦੀ ਜੀ ਠਾਉਣਾ ਉਹਨੂੰ ਹੈ ਅਤੇ ਮੈਨੂੰ ਕਾਹਤੋਂ ਛਕਾਈ ਜਾਂਦੇ ਹੈ। ਕਹਿੰਦੇ ਇਹਦੇ ਵਿੱਚ ਇੱਦਾਂ ਦੀ ਬਰਕਤ ਹੈ ਵੀ ਤੂੰ ਛਕਦਿਆਂ ਹੀ ਲੰਮੇ ਪੈ ਜਾਣਾ ਅਤੇ ਉਹਨੇ ਉੱਠ ਪੈਣਾ। ਉਹ ਬਾਟਾ ਸੁੱਟ ਕੇ ਭੱਜ ਗਈ ਆਖੋ ਸਤਨਾਮ। ਬਾਟਾ ਸੁੱਟ ਕੇ ਉਹ ਤਾਂ ਲੱਭੇ ਨਾ ਕਿੱਥੇ ਗਈ, ਮਗਰ ਭੱਜੇ ਫਿਰਨ। ਐਸੀ ਬਾਤ ਹੈ ਮਹਾਰਾਜ ਦੀ ਬਾਣੀ ਨੂੰ ਅਸੀਂ ਝੂਠਿਆਂ ਕਰਨਾ ਚਾਹੁੰਦੇ ਹਾਂ, ਪਰ ਗੁਰਬਾਣੀ ਨੂੰ ਕੋਈ ਝੁਠਲਾ ਨਹੀਂ ਸਕਦਾ। ਮਹਾਰਾਜ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ। ਹੁਣ ਇਹ ਸਾਖੀ ਪਤਾ ਨਹੀਂ ਸੱਚੀ ਕਿ ਝੂਠੀ ਮੈਂ ਸੁਣਾ ਦੀ, ਪਰ ਗੁਰਬਾਣੀ ਸੱਚੀ ਜੇ। ਗੁਰਬਾਣੀ ਕਹਿੰਦੀ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ, ਜਿਹਨੂੰ ਬੜਾ ਲਵ ਕਰਦਾ ਏ ਸਦਾ ਰਹਿਤ ਸੰਗ, ਸਭ ਤੋਂ ਨੇੜੇ ਤੇਰੇ ਰਹਿੰਦੀ ਹੈ ਤੇਰੀ ਪਤਨੀ। ਜਬ ਹੀ ਹੰਸ ਤਜੀਏ ਕਾਇਆ, ਜਿੱਦਣ ਤੂੰ ਸਰੀਰ ਤਜਿਆ ਭੂਤ ਭੂਤ ਕਰ। ਉਹਨੇ ਕਹਿਣਾ ਵੀ ਆ ਗਏ ਸਾਰੇ, ਹੁਣ ਛੇਤੀ ਕਰ ਲਓ। ਅਤੇ ਮਹਾਰਾਜ ਕਿੰਨਾ ਪਿਆਰ ਦਿੰਦੇ ਸਾਨੂੰ, ਪਰ ਅਸੀਂ ਮਹਾਰਾਜ ਨੂੰ ਸੁਣਦੇ ਹੀ ਨਹੀਂ। ਆਪਣੀ ਮਾਸੀ ਚਾਚੀ ਤਾਈ ਕੋ ਬਈਏ, ਆਖੀਦਾ ਮਾਂ ਮਾਸੀ ਮਾਵਾਂ ਸਮਾਨ, ਕੋਈ ਸੁਣਾ ਬਚਨ ਸੁਣਾ, ਸਾਡੀ ਮਾਂ ਨਹੀਂ ਹੈਗੀ, ਤੂੰ ਸਾਡੀ ਮਾਂ ਵਰਗੀ ਹੈ। ਅਤੇ ਮਹਾਰਾਜ ਗੁਰਬਾਣੀ ਵੀ ਸਾਡੀ ਮਾਂ ਹੈ, ਗੁਰਬਾਣੀ ਵੀ ਸਾਡਾ ਪਿਓ ਹੈ, ਜਿਹਨੂੰ ਮਹਾਰਾਜ ਕਹਿੰਦੇ ਸਭਨਾ ਕਾ ਮਾਂ ਪਿਓ। ਪਰ ਪਤਾ ਨਹੀਂ ਇਸ ਮਾਂ ਪਿਓ ਨਾਲ ਗੁੱਸੇ ਆ ਕਰੇ, ਆਪ ਪੜ੍ਹਨਾ ਨਹੀਂ ਅਤੇ ਜਿਹੜਾ ਪਾਠੀ ਸਿੰਘ ਸੁਣਾਉਂਦਾ ਉਹਦੇ ਕੋਲ ਬਹਿਣਾ ਨਹੀਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭਗਤ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ। ਹੁਣ ਤਾਂ ਤੇਰੇ ਨਾਲ ਹੀ ਲਾ ਲਈਆਂ ਬਾਪੂ, ਬਾਕੀ ਸਾਰਿਆਂ ਵੱਲੋਂ ਥੋੜ੍ਹਾ ਥੋੜ੍ਹਾ ਪਿੱਛੇ ਹੋਣਾ ਚੰਗਾ ਏ। ਅੱਜ ਹੋ ਜਾਵਾਂਗੇ ਅਤੇ ਬਾਅਦ 'ਚ ਔਖੇ ਹੋਵਾਂਗੇ। ਇਸ ਕਰਕੇ ਮੋਹ ਬਹੁਤ ਸਤਾਵੇਗਾ। ਇਸੇ ਪੜ੍ਹਾਈ ਨੂੰ ਅੱਜ ਪਾਂਧਾ ਪੜ੍ਹਾਉਣ ਲੱਗਾ ਹੈ, ਪਾਂਧੇ ਨੂੰ ਵਾਹਿਗੁਰੂ ਗੁਰੂ ਨਾਨਕ ਸਾਹਿਬ ਪੜ੍ਹਾਉਣ ਲੱਗੇ ਨੇ। ਉਹ ਕੀ ਬਚਨ ਹੋਏ ਅੱਜ ਆਪਾਂ ਸਰਵਣ ਕਰਨੇ ਹੈ। ਇੱਕ ਵਾਰੀ ਸਾਰੀ ਸੰਗਤ 5 ਵਾਰ ਮੇਰੇ ਪਿਆਰੇ ਦਾ ਨਾਂ ਆਪਣੀ ਰਸਨਾ 'ਤੇ ਕਬੂਲ ਕਰੋ। ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, 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 ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ, ਵਾਹਿਗੁਰੂ।
ਗੋਬਿੰਦ ਜੀ ਮਰ ਹਰੀ ਸੰਤ ਸੁਨ ਸੁਰਾਨਨ ਬੈਨਾ ਅਲਕਨ ਨੈਨਾ ਬਾਨੀ ਮਨੀ ਰਸਾਲ। ਧੰਨ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਦੇ ਸਾਗਰ, ਦਇਆ ਦੇ ਦਾਤੇ ਸਤਿਗੁਰੂ ਪਹਿਲੇ ਦਿਨ ਗਏ ਸਕੂਲ ਦੇ ਵਿੱਚ ਤੇ ਪਾਂਦੇ ਨੇ ਬੜਾ ਪਿਆਰ ਕੀਤਾ, ਕਿਉਂਕਿ ਮਾਰੇ ਸੋਹਣੇ ਬਹੁਤ ਸੀ ਤੇ ਸੋਹਣਿਆਂ ਨੂੰ ਹਰ ਕੋਈ ਪਿਆਰ ਕਰਦਾ। ਬੱਚਾ ਹੀ ਸੋਹਣਾ ਜਿਹਾ ਹੋਵੇ ਨਾ, ਭਾਵੇਂ ਆਪਣਾ ਨਹੀਂ ਹੋ, ਹਰ ਕਿਸੇ ਦਾ ਜੀ ਕਰਦਾ ਵੀ ਮੈਂ ਇਹਨੂੰ ਚੁੱਕ ਲਾਂ, ਮੈਂ ਇਹਦੇ ਨਾਲ ਲਾਡ ਕਰਾਂ। ਇਸੇ ਤਰ੍ਹਾਂ ਮਾਰੇ ਕਹਿੰਦੇ ਵਾਹੋ ਵਾਹੋ ਕਰੇ ਸਈ ਜਣ। ਬਾਬਾ ਕਹਿੰਦਾ ਭਾਵੇਂ ਕਾਲੇ ਹੋ, ਪੀਲੇ ਹੋ, ਗਰੀਬ ਹੋ, ਅਮੀਰ ਹੋ, ਜਿਨ੍ਹਾਂ ਦੇ ਕੋਲ 2-2.5 ਘੰਟੇ ਸਿਮਰਨ ਆ ਨਾ, ਮੈਨੂੰ ਬੜੇ ਸੋਹਣੇ ਲੱਗਦੇ। ਗੁਰਬਾਣੀ ਕਹਿੰਦੀ ਹੈ ਵਾਹੋ ਵਾਹੋ ਕਰੇ ਸਈ ਜਣ। ਕਹਿੰਦੇ ਭਾਵੇਂ ਕਾਲਾ ਸ਼ਾਹ ਰੰਗ ਹੋਵੇ, ਤੇਰੇ ਮੈਲ ਜੰਮੀ ਹੋਵੇ, ਬਹੁਤ ਜ਼ਿਆਦਾ ਤੂੰ ਬੀਜੀ ਹੋਵੇਂ, ਪਰ ਤੇਰੇ ਕੋਲ ਬੰਦਗੀ ਹੋਵੇ, ਮੈਨੂੰ ਬੜਾ ਸੋਹਣਾ ਲੱਗਦਾ। ਤੇ ਦੂਜੇ ਪਾਸੇ ਜਿਹੜਾ ਸੋਹਣਾ ਹੈ, ਜਿਹਦੇ 'ਚ 5 ਗੁਣ ਹੈ, ਅਤ ਸੁੰਦਰ, ਇੰਨਾ ਸੋਹਣਾ ਵੀ ਹੱਥ ਲਾਇਆ ਮੈਲਾ ਹੋਵੇ, ਕੁਲੀਨ ਚਤਰ, ਉੱਚੀ ਕੁਲ ਦੇ ਵਿੱਚ ਪੈਦਾ ਹੋਵੇ ਤੇ ਚਲਾਕ ਇੰਨਾ ਹੋਵੇ ਵੀ ਗੱਲਾਂ 'ਚ ਵਾਰੇ ਹੀ ਨਾ ਆਉਂਦੇ। ਮਾਰੇ ਕਹਿੰਦੇ ਅਤ ਸੁੰਦਰ, ਕੁਲੀਨ ਚਤਰ, ਮੁੱਖ ਗਿਆਨੀ, ਤੇ ਮੁੱਖ ਦੇ ਵਿੱਚੋਂ ਇੰਨਾ ਸੋਹਣਾ ਬੋਲਦਾ ਹੋਵੇ ਵੀ ਜਿਹੜਾ ਸੁਣੇ ਉੱਥੇ ਹੀ ਬਹਿ ਜੇ। ਅਗਲੇ ਪਾਸੇ ਕਹਿੰਦੇ ਮੁੱਖ ਗਿਆਨੀ ਧਨਵੰਤ, ਪੈਸਾ ਵੀ ਇੰਨਾ ਹੋਵੇ ਵੀ ਮੁੱਕਦਾ ਨਾ ਹੋਵੇ, 5 ਗੁਣ ਹੋਣ। ਅੱਗੇ ਜਾ ਕੇ ਕਹਿੰਦੇ ਲੋਕ ਐਸੇ ਬੰਦੇ ਦੇ ਮਗਰ ਮਗਰ ਫਿਰਦੇ ਹੈ, ਪਰ ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ 'ਚ ਮੜੀਆਂ ਦਾ ਮੁਰਦਾ ਹੀ ਹੈ। ਮਿਰਤਕ ਕਹੀਐ ਨਾਨਕਾ, ਮਿਰਤਕ ਕਹੀਐ ਨਾਨਕਾ, ਮਿਰਤਕ ਕਹੀਐ ਨਾਨਕਾ, ਮਿਰਤਕ ਕਹੀਐ ਨਾਨਕਾ। ਜੇ ਪ੍ਰੀਤ ਨਹੀਂ ਭਗਵੰਤ, 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 ਮਿਰਤਕ ਕਹੀਐ ਨਾਨਕਾ। ਧੰਨ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਮਰਿਆ ਕੋ, ਜਿਹਦੇ ਕੋਲ ਜਪਜੀ ਸਾਹਿਬ ਪੜ੍ਹਨ ਲਈ ਟਾਈਮ ਨਹੀਂ, ਵਾਹਿਗੁਰੂ ਕਹਿਣ ਲਈ ਟਾਈਮ ਨਹੀਂ, ਸੰਗਤ ਵਿੱਚ ਬਹਿਣ ਲਈ ਟਾਈਮ ਨਹੀਂ, ਉਹ ਲਾਸ਼ ਤੁਰੀ ਫਿਰਦੀ, ਉਹ ਜਿਉਂਦਾ ਤਾਂ ਨਹੀਂ ਹੈ ਦੁਨੀਆ 'ਤੇ। ਇਸ ਕਰਕੇ ਮੇਰੇ ਬਾਬੇ ਨੂੰ ਪਹਿਲੇ ਦਿਨ ਬੜਾ ਪਿਆਰ ਮਿਲਿਆ, ਬੜਾ ਪਿਆਰ ਮਿਲਿਆ। ਮਹਾਰਾਜ ਸੋਹਣੇ ਬਹੁਤ, ਪਾਂਦਾ ਵੀ ਖੁਸ਼ ਹੋਇਆ, ਕਿਉਂਕਿ ਲਾਲਚ ਪਿਤਾ ਜੀ ਕਹਿ ਆਏ ਵੀ ਪਾਂਦਾ ਜੀ ਮੇਰੇ ਨਾਨਕ ਨੂੰ ਇੰਨੀ ਛੇਤੀ ਪੜ੍ਹਾ ਦਿਓ, ਜਦੋਂ ਨਾਨਕ ਫਸਟ ਆਵੇਗਾ ਸਾਰੇ ਬੱਚਿਆਂ 'ਚੋਂ, ਜਿੰਨੇ ਮੂੰਹ ਮੰਗੋਗੇ ਉਨੇ ਪੈਸੇ ਦਊਂਗਾ। ਬੜਾ ਖੁਸ਼ ਹੋਇਆ। ਪਹਿਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਾੜੇ ਪੜ੍ਹਾਏ, 1 ਦੂਣੀ ਦੂਣੀ, 2 ਦੂਣੀ, 3 ਦੂਣੀ, 4 ਦੂਣੀ 8। ਸਾਡੀ ਮਾਂ ਬੋਲੀ ਹੈ। ਹੁਣ ਤਾਂ ਕੰਨ ਤਰਸ ਗਏ, ਹੁਣ ਤੇ ਕਿਹੜੇ ਬੱਚੇ ਪੜ੍ਹਦੇ ਇੱਦਾਂ, ਕੋਈ ਦੂਣੀਆਂ ਦਾਣੀਆਂ ਨਹੀਂ, ਸਭ ਕੁਝ ਖਤਮ ਹੋ ਗਿਆ। ਤੋ ਇਸ ਕਰਕੇ ਮਹਾਰਾਜ ਸਾਹਿਬ ਉੱਚੀ ਉੱਚੀ ਬੋਲਣ, ਮਹਾਰਾਜ ਦੇ ਛੋਟੇ ਛੋਟੇ ਹੱਥ, ਛੋਟਾ ਜਿਹਾ ਮਹਾਰਾਜ ਦਾ ਸਰੀਰ, ਪਿਆਰੇ ਪਿਆਰੇ ਮਹਾਰਾਜ ਦੇ ਨੈਣ, ਤੇ ਉੱਚੀ ਆਵਾਜ਼ ਵਿੱਚ ਮਹਾਰਾਜ ਪਹਾੜੇ ਪੜ੍ਹਨ। ਤੇ ਪਾਂਦਾ ਜੀ ਬੜੇ ਖੁਸ਼ ਹੋਣ, ਕਹਿੰਦੇ ਇਹ ਤਾਂ ਹੁਸ਼ਿਆਰ ਬੜਾ ਹੈ, ਇਹਨੇ ਤਾਂ ਛੇਤੀ ਪੜ੍ਹ ਜਾਣਾ ਤੇ ਆਪਾਂ ਨੂੰ ਚੰਗੀ ਮਾਇਆ ਮਿਲੂਗੀ। ਵੈਸੇ ਸਾਧ ਸੰਗਤ ਇਹ ਸੱਚ ਹੈ, ਰੱਬ ਨੇ ਪਤਾ ਨਹੀਂ ਕਿਹੜੀ ਖੇਡ ਵਰਤਾਈ, ਜੇ ਮਾਇਆ ਦਾ ਪ੍ਰਤਾਪ ਨਾ ਹੁੰਦਾ ਤੇ ਦੁਨੀਆ ਨੇ ਕਰਨਾ ਹੀ ਕੁਛ ਨਹੀਂ ਸੀ। ਹਰ ਕਿਸੇ ਚੀਜ਼ ਦੇ ਪਿੱਛੇ ਮਾਇਆ ਖੜੋਤੀ, ਆਪਾਂ ਨੂੰ ਪਤਾ ਇਹ ਲਾਲਚ ਦਿੰਦੀ ਹੈ ਤੇ ਆਪਾਂ ਸਾਰੇ ਉੱਡੇ ਫਿਰਦੇ ਹਾਂ, ਤੇ ਜਦੋਂ ਇਹ ਆਸ ਹੀ ਖਤਮ ਹੋ ਗਈ ਫਿਰ ਸਾਰਿਆਂ ਢੇਰੀ ਢਾਹ ਕੇ ਬਹਿ ਜਾਣਾ। ਇੱਕ ਮੈਨੂੰ ਕਹਿੰਦੇ ਜੀ ਬਾਬਾ ਜੀ ਰੱਬ ਨੇ ਬੜਾ ਗਲਤ ਕੀਤਾ, ਸਾਰੀ ਦੁਨੀਆ ਇੱਕੋ ਜਿਹੀ ਬਣਾਉਣੀ ਚਾਹੀਦੀ ਸੀ। ਤੇ ਮੈਂ ਕਿਹਾ ਫਿਰ ਕੰਮ ਕਿਹਨੇ ਕਰਨਾ ਸੀ? ਹੁਣ ਜਿਹਨੂੰ ਲੇਬਰ ਦਿੱਤੀ ਉਹਨੇ ਲੇਬਰ ਕਰਨੀ, ਜਿਹੜਾ ਠੇਕੇਦਾਰ ਉਹ ਠੇਕੇਦਾਰ ਹੈ। ਜੇ ਸਾਰੇ ਇੱਕੋ ਜਿਹੇ ਹੁੰਦੇ ਤੇ ਅਗਲਾ ਕਹਿੰਦਾ ਮੈਂ ਕਿਉਂ ਤੇਰੀਆਂ ਪਲੇਟਾਂ ਚੁੱਕ ਕੇ ਮਾਂਜਾਂ ਓਏ, ਤੂੰ ਮੇਰੀਆਂ ਆਵਾਜ਼, ਫਿਰ ਤਾਂ ਕਿਸੇ ਨੇ ਕੁਝ ਕਰਨਾ ਹੀ ਨਹੀਂ ਸੀ। ਜਿੱਦਾਂ ਬਾਬਾ ਸੁਥਰਾ ਜੀ ਬ੍ਰਹਮ ਗਿਆਨੀ ਬੜੇ ਪਿਆਰੇ ਲਾਡਾਂ ਨਾਲ ਪਾਲੇ ਮਾਰੇ ਨੇ,
ਤੇ ਇੱਦਾਂ ਭੋਗ ਪਿਆ ਕਥਾ ਦਾ ਕੀਰਤਨ ਦਾ, ਤੇ ਉਹਦੀ ਡਿਊਟੀ ਲਾਤੀ ਮਹਾਰਾਜ ਕਹਿੰਦੇ ਅੱਜ ਪ੍ਰਸ਼ਾਦ ਵਰਤਾਉਣਾ ਤੋਂ। ਸੰਗਤੇ ਇਹ ਡਿਊਟੀਆਂ ਛੋਟੀਆਂ ਨਹੀਂ ਜੀ, ਲੜਿਆ ਨਾ ਕਰੋ, ਮੈਂ ਤੁਹਾਡਾ ਬੱਚਾ ਹੈ, ਭਾਵੇਂ ਰੁਮਾਲਾ ਸਾਹਿਬ ਦੀ ਹੋਵੇ, ਚੌਰ ਸਾਹਿਬ ਦੀ ਪ੍ਰਸ਼ਾਦ ਦੀ ਡਿਊਟੀ ਹੋਵੇ ਬੂਹੇ 'ਚ, ਇਹ ਬਹੁਤ ਵੱਡੀ ਸੇਵਾ ਜੇ। ਮਹਾਰਾਜ ਦੀਆਂ ਅੱਖਾਂ ਨਾਲ ਵੇਖਿਓ ਕਿਤੇ। ਕਈ ਵਾਰੀ ਆਪਾਂ ਸਮਝਦੇ ਵੀ ਨਿੱਕੀ ਸੇਵਾ ਜੀ, ਮੈਨੂੰ ਆਹ ਦੇਤੀ, ਵੱਡੀ ਨਹੀਂ ਸੇਵਾ। ਸਤਿਗੁਰਾਂ ਦੀ ਸਾਰੀ ਇੱਕੋ ਜੀ, ਵੱਡਾ ਗੁਰੂ ਹੈ ਸਾਡਾ। ਭਾਵੇਂ ਤੁਸੀਂ ਫਰਸ਼ ਦੇ ਉੱਤੇ ਬੌਕਰੀ ਮਾਰ ਦਿੰਦੇ ਨਾ, ਚਰਨ ਗੰਗਾ ਸਾਫ਼ ਕਰਨ ਵਾਲੀ, ਤੇ ਉਹਨੂੰ ਹੀ ਧੋ ਦਿੰਦੇ। ਇਹ ਗੁਰੂ ਨਾਨਕ ਸਾਹਿਬ ਦੇ ਚਰਨ ਹੈ। ਗੁਰਦੁਆਰਾ ਗੁਰੂ ਦਾ ਸਰੀਰ ਹੈ, ਤੇ ਆਪਣੇ ਸਰੀਰ ਦੇ ਵਿੱਚ, ਨਹੁੰ ਦੇ ਵਿੱਚ ਥੋੜ੍ਹਾ ਜਿਹਾ ਵੀ ਤੀਲਾ ਵੱਜੇ ਤੇ ਸਾਰੇ ਸਰੀਰ ਨੂੰ ਮਹਿਸੂਸ ਹੋਣ ਲੱਗ ਪੈਂਦਾ ਮੇਰੇ ਨਹੁੰ 'ਚ ਕੁਝ। ਤੇ ਗੁਰੂ ਅਰਜਨ ਸਾਹਿਬ ਦਾ ਇੰਨਾ ਵੱਡਾ ਇਹ ਘਰ ਹੈ, ਤੁਸੀਂ ਜਿੱਥੇ ਵੀ ਸ਼ਰਧਾ ਨਾ, ਭਾਵੇਂ ਉਹ ਕੰਧ ਦੇ ਉੱਤੇ ਲੱਗੀ ਹੋਵੇ ਮਿੱਟੀ, ਉਹਨੂੰ ਹੀ ਸਾਫ਼ ਕਰ ਦਿਓ, ਬਾਪੂ ਖੁਸ਼ ਹੋ ਜਾਣਾ। ਜ਼ਰੂਰੀ ਨਹੀਂ ਵੀ ਮੈਨੂੰ ਦਰਬਾਰ ਦੀ ਸੇਵਾ ਮਿਲੇ। ਲੰਗਰ ਹਾਲ ਦੀਆਂ ਕੰਧਾਂ, ਲੰਗਰ ਦੀ ਸੇਵਾ, ਭਾਂਡਿਆਂ ਦੀ, ਦਰਖਤਾਂ ਦੀ, ਬੂਟਿਆਂ, ਜਿੱਥੇ ਮਿਲੇ ਉੱਥੇ ਹੀ ਬਹਿ ਜਾ ਕਰੋ। ਇਹ ਵੀ ਗੁਰੂ ਦੀ ਕਿਰਪਾ ਹੋਣਾ। ਸੜਕ 'ਤੇ ਕਿੰਨੇ ਬੂਟੇ ਲਾਏ ਪਿਆਰੇ ਪਿਆਰੇ, ਤੇ ਜਿਹਦੇ ਕਿਤੇ ਪਹਿਲਾਂ ਸਮਾਂ ਵਿਆ ਜੇ, ਬਾਲਟੀ ਪਕੜੇ, ਜੇ ਪੰਜਾਂ ਨੂੰ ਵੀ ਛਿਆਂ ਨੂੰ ਵੀ ਸੁੱਕਦੇ, ਰੋਜ਼ ਬਾਲਟੀਆਂ 5 ਹੀ ਪਾ ਦੇ, ਪਰ ਕਦੇ ਵੀ ਦੁਨੀਆ ਵੱਲ ਵੇਖ ਕੇ ਨਹੀਂ ਪਾਉਣੀਆਂ। ਪੰਗਾ ਇੱਥੇ ਆ ਕੇ ਪੈਂਦਾ ਜਦੋਂ ਸੇਵਾ 'ਚ ਮਾਣ ਆਉਂਦਾ, ਜਦੋਂ ਆਪਾਂ ਸੰਗਤ ਵੱਲ ਵੇਹਣੇ ਨਾ ਵੀ ਮੈਂ ਉੱਥੇ ਕਰਾਂ ਜਿੱਥੇ ਮੈਨੂੰ ਸਾਰੇ ਵੇਖਣ, ਬਸ ਉਦੋਂ ਫੇਲ ਹੋ ਜਾਈਦਾ। ਇਹ ਵੇਖਿਆ ਕਰੋ ਵੀ ਮੈਨੂੰ ਦੁਨੀਆ ਵਾਲਾ ਤੇ ਵੇਖੇ ਕੋਈ ਨਾ, ਮੇਰਾ ਗੁਰੂ ਅਰਜਨ ਸਾਹਿਬ ਵੇਖੇ। ਤੁਹਾਨੂੰ ਪਤਾ ਗੁਰੂ ਅਮਰਦਾਸ ਉਦੋਂ ਗਾਗਰ ਲੈ ਜਾਂਦੇ ਸੀ ਜਦੋਂ ਸਾਰੇ ਦੁਨੀਆ ਸੁੱਤੀ ਹੁੰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਗੁਰੂ ਅਮਰਦਾਸ ਕਦੋਂ ਗੋਇੰਦਵਾਲ ਆਏ ਤੇ ਕਦੋਂ ਗਾਗਰ ਭਰੀ। ਜਿੰਨੇ ਚਿਰ ਨੂੰ ਆਪਣੇ ਵਰਗਿਆਂ ਦੀਆਂ ਅੱਖਾਂ ਤੋਂ ਗਿੱਡ ਲੈਂਦੀ, ਉਹਨੇ ਚਿਰ ਨੂੰ ਤਾਂ ਗੁਰੂ ਘਰ 'ਚ ਸਮਾਪਤੀ ਹੋ ਜਾਂਦੀ। ਇਹ ਉਦੋਂ ਤੋਂ ਅੰਮ੍ਰਿਤ ਵੇਲਾ ਚੱਲਿਆ। ਮਾਰੇ ਕਹਿੰਦੇ ਭਿੰਨੀ ਰਹਿਣੜੀਏ ਜਾਗੇ ਸੰਤ ਜਣਾ। ਤਾਈਓ ਤੇ ਸਾਰਿਆਂ ਧਰਮਾਂ ਨੇ ਸਿੱਖ ਧਰਮ ਨੂੰ ਗਾਈਡ ਕੀਤਾ। ਕਹਿੰਦੇ ਵੀ ਜਦੋਂ ਦਲਿੱਦਰੀ ਲੋਕ ਉੱਠਦੇ, ਉਹਨੇ ਚਿਰ ਨੂੰ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਰੇ ਕਾਰਜ ਸੰਪੂਰਨ ਹੋ ਜਾਂਦੇ। ਜਿੰਨੇ ਚਿਰ ਨੂੰ ਅੱਖ ਖੁੱਲ੍ਹਦੀ, ਕਿਤੇ ਉੱਠ ਕੇ ਵੇਖਿਓ ਸਵੇਰੇ 2:30 ਵਜੇ, ਕਿਆ ਬਾਤਾਂ। ਉਸ ਵੇਲੇ ਨੂਰ ਹੀ ਵਰਦਾ ਸਤਿਗੁਰਾਂ ਦਾ। ਕਿਉਂਕਿ ਮੈਂ ਨਹੀਂ ਕਹਿੰਦਾ ਬਾਬਾ ਫਰੀਦ ਜਿਹਨੇ 36 ਸਾਲ ਕਮਾਈ ਕੀਤੀ, ਉਹ ਕਹਿੰਦਾ ਰਾਤ ਕਥੂਰੀ ਵੰਡੀ ਹੈ। ਜਦੋਂ ਤਾਰੇ ਸਿਰ 'ਤੇ ਹੋਣ ਨਾ, ਉਦੋਂ ਰੱਬ ਵੰਡਦਾ ਜੇ ਕੁਛ। ਫਿਰ ਅਗਲੇ ਬੰਨੇ ਕਹਿੰਦੇ ਸੁੱਤਿਆਂ ਮਿਲੇ ਨਾ ਭਾਓ। ਜਿਹੜੇ ਕਹਿੰਦਾ ਘਰਾੜੇ ਮਾਰਦੇ, ਉਹਨਾਂ ਨੂੰ ਕੱਖ ਨਹੀਂ ਮਿਲਣਾ। ਜਿਨ੍ਹਾਂ ਨੈਣ ਨੀਂਦਰਾਵਲੇ, ਭਾਵ ਉਹਨਾਂ ਦੀ ਝੋਲੀ ਭਰਨੀ ਜਿਨ੍ਹਾਂ ਦੀਆਂ ਅੱਖਾਂ 'ਚ ਨੀਂਦ ਭਰੀ ਹੋਵੇ। ਕਈ ਵਾਰੀ ਕਿਉਂਕਿ ਹੁਣ 2 ਵਜੇ ਤਾਂ ਨੀਂਦ ਆਉਂਦੀ, ਠੰਡਾ ਹੁੰਦਾ, ਗਰਮੀ ਬਹੁਤ ਹੈ, ਉੱਧਰੋਂ ਅਲਾਰਮ ਵੱਜ ਜਾਂਦਾ 2 ਵਜੇ, ਅਤੇ ਕਈ ਵਾਰੀ ਨਿਤਨੇਮ 3 ਵਜੇ 3:30 'ਤੇ ਨਿਤਨੇਮ 'ਚ ਜੀ ਕਰੂ ਬਾਬਾ ਤੇਰੀ ਗੋਦ 'ਚ ਸੌਂ ਜੀਏ। ਅਤੇ ਉਹ ਮਹਾਰਾਜ ਨੇ ਤਾਂ ਬਚਨ ਲਿਖਤੇ, ਬਾਬਾ ਫਰੀਦ ਸਾਹਿਬ ਨੇ ਕਹਿੰਦੇ ਜਿਨ੍ਹਾਂ ਨੈਣ ਨੀਂਦਰਾਵਲੇ, ਜਿਨ੍ਹਾਂ ਦੀਆਂ ਅੱਖਾਂ 'ਚ ਨੀਂਦ ਭਰੀ ਪਈ, ਸੁੱਜੀਆਂ ਪਈਆਂ, ਤਿੰਨਾਂ ਮਿਲਣ ਕਵਾਓ। ਉਹਨਾਂ ਨੂੰ ਤਾਂ ਆਵਾਜ਼ ਮਾਰ ਮਾਰ ਕੇ ਦਿੰਦਾ ਹੀ ਪਿਆਰਾ। ਸਾਡੇ ਬਜ਼ੁਰਗ ਪਤਾ ਕਿਉਂ ਸੁਖੀ ਸੀ? ਉਹ ਸਵੇਰੇ 2:30-3 ਵਜੇ ਬਲਦ ਲੈ ਜਾਂਦੇ ਸੀ, ਮਾਵਾਂ ਮਧਾਣੀ ਪਾ ਲੈਂਦੀਆਂ ਸੀ। 4 ਵਜੇ ਨੂੰ ਤਾਂ ਰੋਟੀਆਂ ਲਾਹ ਕੇ ਮੱਖਣ ਕੱਢ ਕੇ ਤੇ ਫਰੀ। ਅਤੇ ਅੱਜ ਤੇ ਕਰਮਾਂ ਵਾਲੇ ਆਪਾਂ ਉੱਠਦੇ ਹੀ 10 ਵਜੇ, ਆਖੋ ਸਤਿਨਾਮ। ਅਤੇ ਉੱਠ ਕੇ ਉਹ ਕਲਯੁਗ ਦਾ ਸਮਾਂ ਤਾਂ ਬੀਬੀਆਂ ਕਹਿਣਗੀਆਂ ਸਰਦਾਰ ਜੀ ਅੱਜ ਕਿਤੇ ਚਾਹ ਪਿਆ ਦੇਣਾ, ਤੇਰਾ ਭਲਾ ਹੀ ਹੋ ਜੇ। ਹੁਣ ਸਮਾਂ ਪੜ੍ਹਿਆ ਲਿਖਿਆ ਨਾ ਜੀ, ਅੱਜ ਸਰਦਾਰ ਜੀ ਮੈਨੂੰ ਚਾਹ ਨਾਲ ਇੱਕ ਪਰੌਂਠੀ ਵੀ ਲਾ ਦਿਓ ਨਾ, ਕਈਆਂ ਘਰਾਂ 'ਚ ਹੈਗਾ। ਫਿਰ ਤਾਂ ਮੈਂ ਤੁਹਾਡਾ ਬਹੁਤਾ ਹੀ ਧੰਨਵਾਦ ਕਰਾਂ, ਕਿਉਂਕਿ ਬਾਹਰੋਂ ਇਹ ਚੀਜ਼ ਇੱਥੇ ਆ ਗਈ ਹੈ ਨਾ, ਬਾਹਰ ਕਰਦੇ ਆ। ਉੱਥੇ ਮੰਨ ਲਓ ਵਾਈਫ ਲੇਟ ਆਈ, ਪਤੀ ਘਰੇ ਆ, ਅਤੇ ਉਹਨੇ ਰੋਟੀ ਪਾਣੀ ਸਬਜ਼ੀ ਬਣਾ ਕੇ ਰੱਖਣੀ ਹੈ। ਪਿਆਰ ਵਾਲੇ ਮੇਰੇ ਗਏ ਦੱਸ ਦਿੰਦੇ ਹੈ, ਕਹਿੰਦੇ ਉੱਥੇ ਜਾ ਕੇ ਸਾਰੇ ਸੁਧਰ ਜਾਂਦੇ। ਜਿਹੜੇ ਇੱਥੇ ਕੱਪ ਨਹੀਂ ਚੁੱਕਦੇ, ਉਹ ਮੁੜ ਕੇ ਕੱਪ ਧੋ ਕੇ ਕਹਿੰਦੇ ਚਾਹ 'ਚ ਲੂਣ ਠੀਕ ਆ, ਖੰਡ, ਕਿਉਂਕਿ ਗਾਈਡ ਕਰਨਾ ਪੈਂਦਾ। ਹੁਣ ਉੱਧਰਲੋਂ ਜਦੋਂ ਆਉਂਦੇ ਆ, ਅਤੇ ਫਿਰ ਇੱਥੇ ਉਹ ਚੀਜ਼ ਹੁਣ ਸ਼ੁਰੂ ਹੋ ਗਈ। ਵੈਸੇ ਪਹਿਲਾਂ ਪੰਜਾਬ 'ਚ ਨਹੀਂ ਸੀ। ਸਾਡੇ ਜਿਹੜੇ ਦਾਦੇ ਬਾਬੇ, ਉਹਨਾਂ ਦੀ ਤਾਂ ਪੂਰੀ ਟੌਰ ਸੀ। ਨਾਲੇ ਕੰਮ ਮਾਈਆਂ ਨੇ ਸਾਰਾ ਕਰਨਾ, ਅਤੇ ਨਾਲੇ ਦਬਕਾ ਮਾਰ ਦੇਣਾ, ਅਤੇ ਕਿਤੇ ਉੱਚੀ ਨਹੀਂ ਸੀ ਬੋਲਦੇ। ਇੱਦਾਂ ਦਾ ਸੁਭਾਅ ਸੀ ਪੰਜਾਬ ਦੀ ਪੰਜਾਬੀਅਤ ਦਾ। ਨਾ ਕਿਤੇ ਚਿਹਰਾ ਲੈ ਕੇ ਨੰਗਾ ਬਾਹਰ ਆਉਣਾ, ਦਬਕਾ ਹੀ ਬੜਾ ਸੀ। ਕਹਿਣਾ ਬਾਪੂ ਵਿਹੜੇ 'ਚ ਬੈਠਾ, ਸਾਹ ਸੁੱਕ ਜਾਂਦੇ ਸੀ। ਹੁਣ ਅਗਲੇ ਸਿੱਧੇ ਆਉਂਦੇ, ਕਹਿੰਦੇ ਜਾ ਕੰਮ ਕਰ, ਤੈਨੂੰ ਕੌਣ ਪੁੱਛਦਾ, ਜਾ ਕਿਤੇ ਮੜੀਆਂ 'ਚ ਲੱਤਾਂ ਤੇਰੀਆਂ ਹੀ ਮਰਜ਼ੀ ਕਰਨੀ, ਆਖੋ ਸਤਿਨਾਮ। ਇਸ ਕਰਕੇ ਉਹ ਸਮਾਂ ਪੋਥੀ ਦੇ ਵਿੱਚ ਆਪਾਂ ਨੂੰ ਅੱਜ ਮਿਲੂਗਾ, ਉੱਦਾਂ ਨਹੀਂ ਮਿਲਣਾ। ਅਤੇ ਨਾ ਉਹ ਸਮੇਂ ਹੁਣ ਮੁੜ ਕੇ ਆਉਣੇ ਹੀ ਆ। ਲੰਘ ਗਏ ਪਤਣਾ ਤੋਂ ਪਾਣੀ, ਮੁੜ ਕੇ
ਵਾਪਸ ਆਉਂਦੇ ਨਹੀਂ। ਗੁਰੂ ਸਾਹਿਬ ਦੀ ਪੋਥੀ ਨੇ ਸਾਂਭ ਕੇ ਰੱਖਿਆ। ਤੁਸੀਂ ਰੋਜ਼ ਹੱਸ ਖੇਡ ਕੇ ਆਪਾਂ ਸਾਰੇ ਆਨੰਦ ਮਾਣਦੇ ਆ। ਮੇਰੇ ਬਾਬੇ ਨੂੰ ਪਹਿਲੇ ਦਿਨ ਪਹਾੜੇ ਪੜ੍ਹਾਏ ਮਹਾਰਾਜ, ਬੜੇ ਉੱਚੀ ਉੱਚੀ ਪਹਾੜੇ ਪੜ੍ਹੇ। ਪਾਂਧਾ ਬੜਾ ਖੁਸ਼ ਹੋਇਆ। ਬੱਚੇ ਸਾਰਿਆਂ ਤੋਂ ਸੋਹਣੀ ਤੇ ਸੁਰੀਲੀ ਆਵਾਜ਼ ਮੇਰੇ ਬਾਬੇ ਦੀ ਸੀ। ਤੇ ਪਾਂਧਾ ਕਹਿੰਦਾ, ਪਟਵਾਰੀ ਸਾਹਿਬ ਤੇਰੇ ਬੇਟੇ ਦੀ ਆਵਾਜ਼ ਵਿੱਚ ਪਤਾ ਨਹੀਂ ਕਿੰਨਾ ਕੁ ਰਸ ਹੈ। ਉਹਨਾਂ ਨੂੰ ਕੀ ਪਤਾ ਕਿ ਜਿੱਥੇ ਬਾਬਾ ਤੇਰੀਆਂ ਰਬਾਬਾਂ ਵੱਜਣੀਆਂ ਏ ਉੱਥੋਂ ਦੇ ਪਸ਼ੂ ਪ੍ਰੇਤ ਵੀ ਸੁੰਨ ਹੋ ਜਾਇਆ ਕਰਨੇ ਆ। ਕਿਸੇ ਨੇ ਆਖਿਆ ਸੀ ਨਾ, ਭੇਜ ਕੇ ਫਰੰਦੇ ਢਿੱਗ ਰਬਾਬ ਸੀ ਮੰਗਾਇਆ ਪਹਿਲਾਂ, ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਬਜਾਨਾ ਸੀ। ਚਾਰੇ ਚੱਕੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਜਿਨੀ ਸੁਣਿਆ ਕੀਰਤਨ ਰਹਿਆ ਆਵਣ ਨਾ ਜਾਣਾ ਸੀ। ਸੱਜਣ ਜੈ ਠੱਗ ਜਗ ਲੋਦੀ ਜੈ ਕਾਬਰਾਂ ਨੇ, ਬਾਬਰ ਜੈ ਬਾਬਰਾਂ ਨੇ ਸੁਣਿਆ ਤਰਾਨਾ ਸੀ। ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ। ਬਾਬਾ ਤੇਰੀ ਰਬਾਬ ਬਾਬਰ ਦੇ ਵਿਹੜਿਆਂ 'ਚ ਵੱਜੀ ਸੁੰਨ ਕਰਤੇ। ਬਾਬਾ ਤੇਰੀ ਰਬਾਬ ਸੱਜਣ ਦੇ ਵਿਹੜੇ 'ਚ ਵੱਜੀ, ਸੱਜਣ ਨੂੰ ਵੀ ਸੱਜਣ ਬਣਾਤਾ। ਬਾਬਾ ਤੇਰੀ ਰਬਾਬ ਵਲੀ ਦੇ ਪਹਾੜਾਂ 'ਚ ਵੱਜੀ ਤੇ ਪਹਾੜਾਂ ਤੋਂ ਵਲੀ ਨੂੰ ਥੱਲੇ ਲਾ ਲਿਆ। ਤੇਰੀ ਰਬਾਬ 'ਚ ਕਿੰਨਾ ਕਿਸ਼ਕ ਹੈ। ਅੱਜ ਸਾਡੇ ਗੁਰੂ ਨਾਨਕ ਤੇਰੇ ਘਰ 'ਚ ਵੱਜਦੀ, ਅਸੀਂ ਰੋਜ਼ ਆ ਕੇ ਸੁਣਦੇ। ਆਖੋ ਸਤਿਨਾਮ। ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਪਹਿਲੇ ਦਿਨ ਸੁਣਾਇਆ। ਦੂਜੇ ਦਿਨ ਦੀ ਕਥਾ ਸ਼ੁਰੂ ਹੋਈ। ਕੱਲ੍ਹ ਆਪਾਂ ਸਰਵਣ ਕੀਤਾ ਸੀ ਵੀ ਪਾਂਧਾ ਬੜਾ ਖੁਸ਼, ਕਹਿੰਦਾ ਵੀ ਅੱਜ ਦੂਜੇ ਬੱਚਿਆਂ ਨੂੰ ਆਪਾਂ ਧਿਆਨ ਨਹੀਂ ਦੇਣਾ, ਇਹਦੇ ਵੱਲ ਦੇਣਾ। ਤੇ ਬਾਬਾ ਇਹ ਚੀਜ਼ ਪਸੰਦ ਨਹੀਂ ਕਰਦਾ। ਬਾਬੇ ਨੇ ਤੇ ਸ਼ੁਰੂ ਹੀ ਇਹ ਚੀਜ਼ ਕੀਤੀ ਵੀ ਇਕੱਠੇ ਪੰਗਤ 'ਚ ਬਹਾਉਣਾ, ਤੁਹਾਨੂੰ ਇੱਕੇ ਬੌਲੀ 'ਚ ਸਾਰਿਆਂ ਨੂੰ ਨਵਾਉਣਾ। ਬੌਲੀ ਇੱਕ ਹੀ ਹੈ ਨਾ, ਛੀਂਬਾ ਆਵੇ, ਨਾਈ ਆਵੇ, ਮਜਬੀ ਆਵੇ, ਆਪਾਂ ਹੀ ਬਣਾਇਆ, ਮਹਾਰਾਜ ਨੇ ਥੋੜ੍ਹਾ ਬਣਾਇਆ। ਮਹਾਰਾਜ ਕਹਿੰਦੇ ਅਵਲ ਅੱਲਾ ਕੁਦਰਤ ਕੇ ਸਭ ਬੰਦੇ। ਇਸ ਕਰਕੇ ਇੱਕੇ ਬੌਲੀ 'ਚ ਮਹਾਰਾਜ ਨੇ ਇਸ਼ਨਾਨ ਕਰਾਇਆ ਵੀ ਤੁਹਾਡਾ ਪਿਆਰ ਪੈ ਜੇ ਇੱਕ ਦੂਜੇ ਨਾਲ। ਫਿਰ ਇੱਕੇ ਪੰਗਤ 'ਚ ਤੁਹਾਨੂੰ ਪ੍ਰਸ਼ਾਦਾ ਛਕਾਇਆ। ਤੇ ਗੁਰੂ ਗੋਬਿੰਦ ਸਿੰਘ ਬਾਪੂ ਨੇ ਬਿਲਕੁਲ ਨੇੜੇ ਕਰਤਾ। ਉਹਨਾਂ ਇੱਕੋ ਬਾਟਾ ਤਿਆਰ ਕਰਕੇ ਸਾਰੇ ਇੱਕ ਲਾਈਨ 'ਚ ਖੜੋ ਕੇ ਤੇ ਸਾਰਿਆਂ ਦੇ ਮੂੰਹ ਨੂੰ ਇੱਕੋ ਬਾਟਾ ਲਾਇਆ। ਕੀ ਦਿਖਾਇਆ ਤੁਹਾਨੂੰ ਵੀ ਤੁਸੀਂ ਇੱਕ ਦੇ ਹੋ, ਕਾਹਤੋਂ ਲੜੀ ਜਾਂਦੇ ਹੋ। ਹੁਣ ਮਾਫੀ ਦੇ ਦਿਓ। ਚਲੋ ਕਈ ਬੱਚੇ ਬੜੇ ਵਧੀਆ ਪੜ੍ਹੇ ਲਿਖੇ ਹੁੰਦੇ ਆ, ਇੱਕ ਦੂਜੇ ਨੂੰ ਮੁਹੱਬਤ ਕਰਦੇ ਆ, ਤੇ ਉਹਨਾਂ ਦੀ ਜ਼ਿੰਦਗੀ ਨਰਕ ਪਤਾ ਕਿੱਥੋਂ ਬਣਦੀ ਆ? ਜਾਤ ਪਾਤ ਤੋਂ। ਕਿਉਂਕਿ ਉਹ ਦੋ ਪਾਸੇ ਵਧੀਆ ਪਰਿਵਾਰ ਪੜ੍ਹੇ ਲਿਖੇ ਆ, ਤੇ ਆਪਾਂ ਕਿੱਥੇ ਆ ਕੇ ਕਹਿੰਦਾ ਨਹੀਂ ਜੀ ਵੇਖੋ ਜਾਤ ਨੀਵੀਂ ਸਾਡੀ ਉੱਚੀ ਹੈ, ਅਸੀਂ ਕਿੱਥੇ ਵਿਆਹ ਕਰਨਾ। ਜਾਤ ਵੇਖ ਕੇ ਕਰ ਲਿਆ, ਇੱਦਾਂ ਦਾ ਕੀਤਾ, ਸਾਰੀ ਜ਼ਿੰਦਗੀ ਰੋਲ ਕੇ ਰੱਖਤੀ। ਰਵਾ ਦਿੱਤਾ ਆਪਣੇ ਬੱਚਿਆਂ ਨੂੰ, ਸਾਰੀ ਜ਼ਿੰਦਗੀ ਰੋਲ ਦਿੱਤਾ, ਪਰ ਹੰਕਾਰ ਨਹੀਂ ਛੱਡਿਆ। ਕਈਆਂ ਨੇ ਇੱਦਾਂ ਕੀਤਾ, ਬੱਚੇ ਰੁਲ ਗਏ, ਸਾਰੀ ਜ਼ਿੰਦਗੀ ਰਵਾਏ ਤੇ ਆਪਣੀ ਆਕੜ ਨਹੀਂ ਛੱਡੀ। ਬਸ ਮੇਰੀ ਮੁੱਛ ਨਾ ਤਾਂ ਹੋਵੇ। ਬਾਬੇ ਨੇ ਕਿਹਾ ਨਹੀਂ ਪਿਆਰਿਆ, ਗੁਰੂ ਗ੍ਰੰਥ ਸਾਹਿਬ ਵਿੱਚ ਸਾਰਿਆਂ ਨੂੰ ਤਾਈਓਂ ਬਿਠਾਇਆ। ਇਹ 'ਚ ਨਾਈ ਬੈਠਾ, ਛੀਂਬਾ ਬੈਠਾ, ਧੰਨੇ ਵਰਗੇ ਫੱਕਰ ਬੈਠੇ ਐ, ਕਬੀਰ ਵਰਗੇ ਜਲਾਏ ਭਾਏ। ਕੋਈ ਕਾਰਨ ਸੀ ਮੇਰੇ ਪਾਤਸ਼ਾਹ ਗੁਰੂ ਨਾਨਕ ਦਾ ਕਿ ਆ ਜਿਹੜੇ ਸਾਰੀ ਕਾਇਨਾਤ ਇਹਨਾਂ ਨੂੰ ਲੜਾਉਣਾ ਬੰਦ ਕਰ ਦਈਏ, ਇਹਨਾਂ ਨੂੰ ਇਕੱਠੇ ਭਾਈਏ। ਜਿੱਦਾਂ ਕਹਿੰਦੇ ਨੇ ਇੱਕ ਮੁਸਲਮਾਨ ਆਇਆ ਹਰਿਮੰਦਰ ਸਾਹਿਬ, ਤੇ ਉਹ ਬੜਾ ਕੱਟੜ ਸੀ, ਤੇ ਕੋਈ ਉਹਦਾ ਮੁਹੱਬਤ ਵਾਲਾ ਲੈ ਆਇਆ, ਤੇ ਉਹ ਕਹਿੰਦਾ ਵੀ ਹਰਿਮੰਦਰ ਸਾਹਿਬ ਦੇ ਬਾਬਤ ਬੜੇ ਪ੍ਰੇਮ ਨਾਲ ਵੇਖ ਕੇ ਕਹਿੰਦਾ ਇਹ वो यहाँ है जहाँ हिंदू को अंदर जाते हुए देखा, मुसलमान को बाहर आते हुए देखा, जहाँ शूद्र को हलवा खाते हुए देखा। ਜਿਹੜਾ ਗਰੀਬ ਸੀ ਨਾ ਉਹ ਵੀ ਕੜਾਹ ਪ੍ਰਸ਼ਾਦ ਛਕਣ ਦਿਆ। ਕਹਿੰਦੇ यहाँ अछूत को हलवा खाते हुए देखा, जहाँ सिखों को गुरबाणी गाते हुए देखा, यहाँ आए तो अमृत का भरा हुआ मोहब्बत का प्याला देखा। हम कहते थे खुदा वहीं है जहीं है, मगर आज खुदा देखा तो यहीं देखा। ਕਹਿੰਦਾ ਮੈਂ ਤੇ ਐਵੇਂ ਮੱਕੇ 'ਚ ਤੁਰਿਆ ਫਿਰਦਾ ਸੀ, ਨਫ਼ਰਤ ਕਰਦਾ ਸੀ ਸਿੱਖਾਂ ਦੇ ਗੁਰਦੁਆਰੇ ਤੋਂ, ਅੱਜ ਮੈਨੂੰ ਲੱਗਦਾ ਮੇਰਾ ਖੁਦਾ ਰਹਿੰਦਾ ਹੀ ਹਰਿਮੰਦਰ ਸਾਹਿਬ ਦੇ ਵਿੱਚ ਹੈ। ਜੈਕਾਰਾ ਬਖਸ਼ ਦੋ। ਬੋਲੇ ਸੋਨਿਆ। ਇਹ ਪਾਤਸ਼ਾਹ ਦਾ ਸਾਂਝਾ ਦਰਬਾਰ ਹੈ, ਇੱਥੇ ਸਾਰਿਆਂ ਨੂੰ ਪਿਆਰ ਮਿਲਦਾ। ਤੇ ਬਣਾਇਆ ਬਾਪੂ ਨਾਨਕ ਨੇ। ਪਾਂਧਾ ਦੂਜੇ ਬੱਚਿਆਂ ਤੋਂ ਧਿਆਨ ਹਟਾ ਕੇ ਤੇ ਬਾਬੇ ਵੱਲ ਲੈ ਆਇਆ। 5-4 ਵਾਰੀ ਬਾਬੇ ਨੂੰ ਕਹਿੰਦਾ ਬੋਲਦਾ ਨਹੀਂ ਨਾਨਕ, ਅੱਜ ਕੀ ਹੋਇਆ, ਠੀਕ ਹੈ, ਕਾਤੋਂ ਨਹੀਂ ਬੋਲਦਾ। ਬੜੇ ਪਿਆਰ ਦੇ ਲਾਡ ਕੀਤੇ, ਬਾਬਾ ਨਹੀਂ ਬੋਲਿਆ। ਫਿਰ ਗੁੱਸੇ 'ਚ ਆ ਗਿਆ,
ਕਹਿੰਦਾ ਮੈਂ ਸੋਟੀਆਂ ਮਾਰ ਮਾਰ ਕੇ ਤੇਰੇ ਲਾਸਾਂ ਪਾ ਦਾਂਗਾ, ਮੈਂ ਤੇਰਾ ਲਿਹਾਜ਼ ਕਰਦਾ, ਬੋਲ। ਉਹਨੂੰ ਲਾਲਚ ਦੀ ਅੱਗ ਲੱਗੀ ਸੀ ਵੀ ਬੋਲੂ ਤੇ ਪੈਸੇ ਮਿਲ ਗਏ, ਪਰ ਬਾਬਾ ਤਾਂ ਪਿਆਰ ਦਾ ਭੁੱਖਾ ਸੀ। ਹਾਂਜੀ ਕਹਿੰਦੇ ਫਿਰ ਮੇਰੇ ਪਾਤਸ਼ਾਹ ਮਹਾਰਾਜ ਜਦੋਂ ਨੇ ਕਿਹਾ ਨਾ ਸੋਟੀਆਂ ਮਾਰਾਂਗਾ, ਬਾਬਾ ਪਿਆਰ ਦਾ ਕਰਕੇ ਪਿਆਰ ਦੇ ਵਿੱਚ ਸੀ। ਜਦੋਂ ਕੋਈ ਨਫ਼ਰਤ ਕਰੇ ਫਿਰ ਬਾਬਾ ਡੰਡਾ ਵੀ ਚੱਕ ਲੈ। ਤੁਹਾਨੂੰ ਪਤਾ ਜਦੋਂ ਬਾਬਾ ਮੱਕੇ ਗਿਆ ਸੀ ਡੰਡਾ ਲੈ ਕੇ ਗਿਆ ਸੀ। ਭਾਈ ਸਾਹਿਬ ਨੇ ਆਪਣੀ ਵਾਰ 'ਚ ਲਿਖਿਆ, ਕਹਿੰਦੇ ਆਸਾ ਹੱਥ ਕਿਤਾਬ ਕਸ਼ ਨੀਲ ਬਸਤ, ਬਾਬਾ ਫੇਰ ਮੱਕੇ ਗਿਆ। ਬਾਬੇ ਦੇ ਕੋਲ ਡੰਡਾ ਸੀ, ਕਸ਼ ਦੇ ਵਿੱਚ ਪੋਥੀ ਸੀ, ਨੀਲੇ ਕੱਪੜੇ ਪਾਏ, ਹਾਜੀਆਂ ਵਾਲਾ ਰੂਪ ਬਣਾਇਆ, ਸਾਰਿਆਂ ਦੇ ਵਿੱਚ ਮਿਲ ਕੇ ਮੁਸਲਮਾਨਾਂ ਦੇ ਉੱਥੇ ਜਾ ਵੜਿਆ। ਅਤੇ ਉਸ ਵੇਲੇ ਉਹ ਡੰਡੇ ਦੇ ਅਰਥ ਇਹੋ ਸੀ ਵੀ ਜਿੱਥੇ ਪਿਆਰ ਨਾ ਕੋਈ ਸਮਝੇ ਉੱਥੇ ਡੰਡਾ ਚੱਕ ਲੈਣਾ ਲਾਜ਼ਮੀ ਹੈ। ਇਸ ਕਰਕੇ ਪਹਿਲੀ ਭਾਸ਼ਾ ਪਿਆਰ ਦੀ ਹੈ। ਜਦੋਂ ਉਹਨੇ ਡੰਡੇ ਦੀ ਗੱਲ ਕੀਤੀ, ਹੁਣ ਮੇਰੇ ਗੁਰੂ ਨਾਨਕ ਦਾ ਚਿਹਰਾ ਉੱਠਿਆ, ਮਹਾਰਾਜ ਦੇ ਨੇਤਰ ਖੁੱਲ੍ਹੇ, ਪਾਂਧੇ ਵੱਲ ਨੂੰ ਪਏ ਅਤੇ ਪਾਂਧੇ ਨੂੰ ਇੱਦਾਂ ਮਹਿਸੂਸ ਹੋਇਆ ਜਿਵੇਂ ਧਰਤੀ ਹਿੱਲੀ ਹੋਵੇ, ਆਕਾਸ਼ ਨੇ ਵੀ ਡੋਲਾ ਖਾਧਾ ਹੋਏ। ਮੇਰੇ ਪਾਤਸ਼ਾਹ ਬਚਨ ਕੀਤੇ, ਕਹਿੰਦੇ ਪਾਂਧਾ ਜੀ ਤੁਸੀਂ ਕਿੰਨਾ ਕੁ ਪੜ੍ਹੇ ਹੋ? ਕੀ ਪੜ੍ਹੇ ਅੱਜ ਤੱਕ? ਆਪ ਪੜ੍ਹੇ ਤੁਮ ਕਰਹੁ ਨਿਜ ਸਮਤ ਲਾਹ ਲੈ ਸਾਰ। ਕਹਿੰਦੇ ਪਾਂਧਾ ਜੀ ਤੁਸੀਂ ਆਪਣੇ ਲਾਲਚ ਵਾਸਤੇ ਪੜ੍ਹਾਈ ਕੀਤੀ ਹੈ। ਹਰ ਬੱਚਾ ਹਰ ਬੰਦਾ ਆਪਣੇ ਲਾਲਚ 'ਚ ਪੜ੍ਹਾਈ ਕਰਦਾ ਕਿ ਮੈਨੂੰ ਵਧੀਆ ਜੋਬ ਮਿਲੇ, ਸੋਹਣਾ ਮੇਰਾ ਕਾਰੋਬਾਰ ਹੋਵੇ, ਵਧੀਆ ਮੈਨੂੰ ਲਾਈਫ ਪਾਰਟਨਰ ਮਿਲੇ। ਇਹ ਪੜ੍ਹਾਈ ਜਿਹੜੀ ਤੂੰ ਮੈਨੂੰ ਸੁਣਾ ਰਿਹਾ ਏ ਇਹ ਸਾਰੇ ਕਰਦੇ ਹੈ, ਪਰ ਇਹ ਪੜ੍ਹਾਈ ਆਪਣੇ ਵਾਸਤੇ ਹੁੰਦੀ ਹੈ। ਆਖੋ ਸਤਿਨਾਮ। ਇਸ ਕਰਕੇ ਬਾਬੇ ਦੀ ਰਮਜ ਡੂੰਘੀ ਸੀ ਅਤੇ ਮਹਾਰਾਜ ਕਹਿੰਦੇ ਤੂੰ ਮੈਨੂੰ ਵੀ ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ ਤਾਂ ਕਿ ਨਾ ਛੇਤੀ ਛੇਤੀ ਪੜ੍ਹਾਈ ਕਰ ਲਾ। ਹੁਣ ਧਿਆਨ ਦਿਓ, ਇਹ ਪੜ੍ਹਾਈ ਅਤੇ ਉਹ ਪੜ੍ਹਾਈ 'ਚ ਬੜਾ ਫਰਕ ਜੇ। ਬਾਬਾ ਆਨੰਦ ਸਿੰਘ ਜੀ ਨੂੰ ਕਿਸੇ ਬੱਚੇ ਨੇ ਟੁੱਚਰ ਕੀਤੀ, ਕਹਿੰਦੇ ਬਾਬਾ ਕੀ ਰੌਲਾ ਪਾਇਆ ਤੂੰ? ਬਾਬਾ ਨਾਨਕ ਵੇਖਿਆ ਬਾਣੀ 'ਚੋਂ, ਲਿਆ ਮੈਨੂੰ ਵੀ ਵਿਖਾ। ਕਈ ਤਰਕ ਕਰਦੇ ਨਾ, ਐਵੇਂ ਬਾਬਾ ਝੂਠ ਮਾਰੀ ਜਾਂਦਾ, ਮੈਨੂੰ ਵੀ ਦਿਖਾ। ਬਾਬਾ ਆਨੰਦ ਸਿੰਘ ਜੀ ਪਿਆਰ ਦੀ ਮੂਰਤ ਸੀ। ਕਹਿੰਦੇ ਪੁੱਤ ਕਿੰਨਾ ਪੜ੍ਹਿਆ? ਕਹਿੰਦਾ ਜੀ ਮੈਂ ਐਮ.ਏ. ਕੀਤੀ ਹੈ। ਅਤੇ ਮਹਾਂਪੁਰਖਾਂ ਦੀ ਅੱਖਾਂ 'ਚ ਜਾਲ ਆਇਆ। ਕਹਿੰਦੇ ਪੁੱਤ ਫਿਰ ਇੱਕ ਸੌਦਾ ਕਰ, ਤੂੰ ਮੈਨੂੰ ਐਮ.ਏ. ਕਰਾ ਦੇ ਅਤੇ ਮੈਂ ਤੈਨੂੰ ਬਾਬੇ ਨਾਨਕ ਦੇ ਦਰਸ਼ਨ ਕਰਾ ਦੇਣਾ। ਉੱਠ ਕੇ ਕਹਿੰਦਾ ਇਹ ਬਾਬਾ ਕਿੱਦਾਂ ਹੋ ਜਾਏਗਾ? ਐਵੇਂ ਕਿਤੇ ਅੱਜ ਹੀ ਹੋ ਜਾਂਦੀ ਹੈ, 15-16 ਸਾਲ ਗਾਲੇ ਹੈ। ਬਾਬਾ ਜੀ ਕਹਿੰਦੇ ਜਾ ਫਿਰ ਪੁੱਤ ਚਲੇ ਹੀ ਜਾ ਇੱਥੋਂ, ਜਾ ਚਲੇ ਜਾ, ਨਾ ਛੇੜ ਸਾਨੂੰ। ਕਹਿੰਦੇ ਕੀ ਹੋਇਆ? ਕਹਿੰਦੇ ਤੂੰ ਤਾਂ 16-17 ਸਾਲ ਦੀ ਐਮ.ਏ. ਕੀਤੀ ਹੈ, ਮੈਨੂੰ ਪੁੱਛ ਕੇ ਵੇਖ ਕਿੰਨੇ ਜਨਮ ਲਾਏ ਗੁਰੂ ਨਾਨਕ ਤੇਰੇ ਦਰਸ਼ਨ ਕਰਨ ਵਾਸਤੇ। ਇਹ ਪੜ੍ਹਾਈ ਵੀ ਜਿਹੜੀ ਤੁਸੀਂ ਆ ਕਰਦੇ ਆ ਨਾ ਰੋਜ਼ ਆ ਕੇ, ਇਹ ਕੋਈ ਨਹੀਂ ਜੇ ਕਰਦਾ। ਸਾਰੇ ਅੱਜ ਉਹੋ ਹੀ ਪੜ੍ਹਾਈ ਕਰਨ ਦੇ ਆ ਵੀ ਜਿਹੜੀ ਪੈਸੇ ਲਿਆਵੇ, ਡਾਲਰ ਲਿਆਵੇ, ਕੋਠੀ ਬਣਾਵੇ। ਇਹ ਤਾਂ ਇੱਥੇ ਰਹਿ ਜਾਣੇ। ਆਹ ਪੜ੍ਹਾਈ ਅੱਗੇ ਜਾਣੀ, ਤਕੜੇ ਹੋ ਕੇ ਕਰ ਲਿਆ ਕਰੋ। ਇਹ ਕਲਾਸ ਜਿਹੜੀ ਇਹ 'ਚ ਛੁੱਟੀ ਨਾ ਕਰਿਆ ਕਰੋ। ਆਖੋ ਸਤਿਨਾਮ। ਇਹ ਪੜ੍ਹਾਈ ਨੇ ਬਾਬੇ ਦੇ ਘਰ PR ਦਿਵਾਉਣੀ, ਜਿੱਥੇ ਬੂਹਾ ਲੰਘਣ ਦਾ ਹੁਕਮ ਨਹੀਂ ਕਿਸੇ ਨੂੰ, ਉੱਥੇ ਜਾ ਕੇ ਇਹਦਾ ਮੁੱਲ ਪੈਣਾ। ਅੱਜ ਠੀਕ ਹੈ ਸਾਰਿਆਂ ਦੇ ਬੱਚੇ ਬਹੁਤ ਵੱਡੀ ਵੱਡੀ ਪੜ੍ਹਾਈ ਕਰ ਰਹੇ, ਪਰ ਜਪਜੀ ਸਾਹਿਬ ਕੋਈ ਨਹੀਂ ਜੇ ਪੜ੍ਹਦਾ। ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਵੀ ਗ੍ਰੰਥੀ ਸਵਾਇਆ ਹੀ ਰਹਿ ਗਏ ਆ। ਅਤੇ ਜੇ ਭਾਈ ਸਾਹਿਬ ਨੇ ਛੁੱਟੀ ਜਾਣਾ ਹੋਵੇ ਨਾ, ਅਤੇ ਮੇਰੇ ਖਿਆਲ ਚੱਲ ਅਜੇ ਤਾਂ ਬਜ਼ੁਰਗ ਬੈਠੇ ਸਾਡੇ ਸੰਗਤ 'ਚ, ਇਹਨਾਂ ਨੂੰ ਕਹਿ ਦਈਦਾ ਵੀ ਤੁਸੀਂ ਪਾਠ ਕਰ ਦਿਓ ਹਾਜ਼ਰੀ, ਅਤੇ ਆਉਣ ਵਾਲੇ ਸਮੇਂ 'ਚ ਲੱਭਣਾ ਨਹੀਂ ਕੋਈ। ਭਾਈ ਸਾਹਿਬ ਦੇ ਵੀ ਰਿਸ਼ਤੇਦਾਰੀ ਹੈ, ਸਾਡੇ ਵੀ ਮਜਬੂਰੀਆਂ ਆਉਣਾ ਜਾਣਾ, ਅਤੇ ਫਿਰ ਮਗਰੋਂ ਕਿਸੇ ਡਿਊਟੀ ਲਾਉਣੀ ਹੋਵੇ ਤਾਂ ਮੈਂ ਕਿਹਾ ਸਾਰੇ ਪਿੰਡ 'ਚ ਲੱਭਣ ਚੱਲ ਜਾਓ। ਇੱਕ ਸਿੰਘ ਵੀ ਇੱਦਾਂ ਦਾ ਲੱਭੇ ਜਿਹੜਾ ਕਹੇ ਬਾਬਾ ਜੀ ਜਾਓ ਮੈਂ ਨਿਤਨੇਮ ਕਰੂੰ। ਥੋੜ੍ਹੇ ਰਹਿ ਗਏ ਬਜ਼ੁਰਗ, ਅਤੇ ਜਿਹੜੇ ਬੰਦਗੀ ਵਾਲੇ ਉਹ ਬਾਹਰ ਤੁਰੇ ਜਾਂਦੇ, ਉੱਥੇ ਫਿਰ ਬਹੁਤ ਸਿਸਟਮ ਵਧੀਆ, ਉੱਥੇ ਰਹਿ ਪਏ। ਬਾਹਰ ਤੁਹਾਨੂੰ ਪਤਾ ਭੈਣਾਂ ਵੀ ਡਿਊਟੀਆਂ ਲਾਉਂਦੀਆਂ ਅਖੰਡ ਪਾਠ ਸਾਹਿਬ 'ਤੇ, ਅਤੇ ਇੱਥੇ ਕਿਤੇ ਕਹਿ ਦਿਓ ਵਾਹਿਗੁਰੂ ਮਾੜਾ ਜਿਹਾ ਲਾਗੇ ਖੜੋ ਜਾਓ, ਕਹਿੰਦੇ ਨਹੀਂ ਨਹੀਂ ਬਾਬਾ ਜੀ ਤੁਹਾਡੀ ਡਿਊਟੀ ਹੈ। ਅਤੇ ਇਸ ਕਰਕੇ ਲਾਲਚ ਹੈ ਪਾਂਧੇ ਨੂੰ। ਅਤੇ ਬਾਬਾ ਜੀ ਕਹਿੰਦੇ ਤੂੰ ਤਾਂ ਆਪਣੀ ਪੜ੍ਹਾਈ ਮੈਨੂੰ ਪੜ੍ਹਾ ਕੇ ਅਤੇ ਆਪਣੇ ਵਰਗਾ ਬਣਾਉਣਾ ਹੈ। ਸੇਮੁਖੀ ਵਿਸ਼ੇਖਾ ਕੋ ਪਦ ਲਿਖਾ ਪਾਂਧਾ ਮੋਹਿ ਬਤਾਏ। ਹੁਣ ਗੁਰੂ ਨਾਨਕ ਦੇ ਮਾਫ ਕਰਿਓ ਹੈ ਤਾਂ ਵੱਡਾ ਹੈ ਮੇਰਾ, ਪਰ ਮਹਾਰਾਜ ਹੁਣ ਜੋ ਕਵੀ ਜੀ ਕਹਿੰਦੇ ਮਹਾਰਾਜ ਦੀਆਂ ਛੋਟੀਆਂ ਛੋਟੀਆਂ ਉਂਗਲਾਂ ਬੜੀਆਂ ਸੋਹਣੀਆਂ, ਅਤੇ ਮਹਾਰਾਜ ਦਾ ਹੱਥ ਬੜਾ ਗੋਲ ਮੋਲ ਅਤੇ ਪਿਆਰਾ। ਮਹਾਰਾਜ ਆਪਣਾ ਹੱਥ ਉੱਚਾ ਚੁੱਕ ਕੇ ਕਹਿੰਦੇ ਪਾਂਧਾ ਜੀ
ਦੱਸੋ ਮੈਨੂੰ ਕਿਹੜੀ ਪੜ੍ਹਾਈ ਕੀਤੀ ਤੁਸੀਂ, ਕਿੰਨਾ ਪੜ੍ਹੇ ਹੋ? ਸਾਰੇ ਬੱਚੇ ਸੁੰਨ ਹੋ ਗਏ ਵੀ ਇਹ ਨਿੱਕਾ ਜਿਹਾ ਇੰਨੀਆਂ ਗੱਲਾਂ ਕਰਦਾ, ਪਰ ਕਿਸੇ ਨੂੰ ਕੀ ਪਤਾ ਸੀ ਕਿ ਖੁਦ ਖੁਦਾ ਆਇਆ ਏ। ਸਾਰੇ ਬਾਬੇ ਦੇ ਚਿਹਰੇ ਤੇ ਉਮਰ ਵੱਲ ਵੇਂਦੇ ਸੀ, ਪਰ ਬਾਬੇ ਦੇ ਅੰਦਰ ਦੀ ਗੱਲ ਨੂੰ ਤਾਂ ਬੇਬੇ ਨਾਨਕੀ ਜਾਣ ਸਕਦੀ ਸੀ ਵੀ ਕੌਣ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਪਾਂਦਿਆ ਦੱਸ ਮੈਨੂੰ ਕਿੰਨੀ ਡਿਗਰੀ ਤੇਰੀ, ਕੀ ਪੜ੍ਹਿਆ ਤੂੰ, ਕੀ ਕੁਆਲੀਫਿਕੇਸ਼ਨ ਹੈ ਤੇਰੀ, ਦੱਸਣਾ ਕਰ। ਉੱਤਰ ਦੀਜੈ ਮਨ ਸਮਝੀਜੈ ਪਿਛੈ ਮੁਝੈ ਪੜ੍ਹਾਏ। ਕਹਿੰਦੇ ਪਹਿਲਾਂ ਮੇਰੀਆਂ ਗੱਲਾਂ ਦਾ ਉੱਤਰ ਦੇ ਵੀ ਤੂੰ ਕਿੰਨੀ ਪੜ੍ਹਾਈ ਕੀਤੀ ਆ, ਕਾਹਦੇ ਵਾਸਤੇ ਕੀਤੀ ਹੈ, ਮੈਨੂੰ ਸਾਰਾ ਜਵਾਬ ਦੇ, ਫਿਰ ਮੈਨੂੰ ਅਗਲੀ ਪੜ੍ਹਾਈ ਪੜ੍ਹਾਉਣਾ ਕਰਨਾ। ਹੋਏ ਪਾਂਦਾ ਬਿਸਮੈ ਅਦਭੁਤ ਰਸਮੈ ਆਨੰਦ ਬਚਨ ਅਲਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਪਾਂਦੇ ਦੇ ਅੱਖਾਂ 'ਚ ਗੁੱਸਾ, ਮੱਥੇ ਤੇ ਗੁੱਸਾ, ਕਹਿੰਦਾ ਸੋਟੀਆਂ ਮਾਰ ਕੇ ਤੈਨੂੰ ਲਾਸਾਂ ਪਾ ਦੂੰ। ਜਦੋਂ ਬਾਬੇ ਦੇ ਜਦੋਂ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣੇ, ਮਹਾਰਾਜ ਦੇ ਮੁਖ 'ਚੋਂ ਬਚਨ ਨਿਕਲੇ, ਤੇ ਕਵੀ ਜੀ ਕਹਿੰਦੇ ਐ ਪਤਾ ਨਹੀਂ ਕਿੰਨਾ ਕੁ ਜਲਾਲ ਪਾਂਦੇ ਵਿੱਚ ਆ ਗਿਆ, ਕਿਉਂਕਿ ਮਹਾਰਾਜ ਨੇ ਅੱਖਾਂ ਦਾ ਨੂਰ ਪਾਤਾ ਨਾ ਚਿਹਰੇ 'ਤੇ। ਹੁਣ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਤੇ ਉਹਦੀ ਅੱਖਾਂ 'ਚ ਅੱਖਾਂ ਪਾ ਕੇ ਕਰਦੇ ਹਾਂ, ਤੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਦੇ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਨੀਵੀਂ ਪਾਉਣੀ ਪੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨੇਤਰਾਂ 'ਚ ਨੇਤਰ ਪਾਏ, ਹੁਣ ਗੁਰੂ ਸਾਹਿਬ ਦੇ ਤਾਂ ਦਰਸ਼ਨ ਹੀ ਧੰਨ ਸੀ। ਜਦੋਂ ਮਹਾਰਾਜ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਦੱਸ ਕਿੰਨਾ ਪੜ੍ਹਿਆ, ਇੱਕ ਦੂਜੇ ਨੂੰ ਆਪਾਂ ਗੱਲਬਾਤ ਚੱਲੀ, ਕਹਿੰਦੇ ਮਹਾਰਾਜ ਸਾਹਿਬ ਦਾ ਨੂਰ ਹੀ ਇੰਨਾ ਉਹਦੇ 'ਤੇ ਵਰ ਗਿਆ, ਉਹਨੂੰ ਤਾਂ ਪਤਾ ਨਹੀਂ ਲੱਗਣ ਦਿਆ ਵੀ ਹੋਣ ਕੀ ਰਹਿ ਪਿਆ ਇੱਥੇ। ਉਹ ਇੱਥੇ ਬਚਨ ਵੀ ਆਉਂਦਾ ਨਾ, ਹੋਵੇ ਸਿਫਤ ਨੂਰ ਅਰਸੋਂ, ਬਹੁਤ ਨੂਰ ਵਰਦਾ ਗੁਰੂ ਗ੍ਰੰਥ ਸਾਹਿਬ ਬਾਪੂ ਤੇਰੇ ਕੋਲ ਬਹਿ ਕੇ। ਤਾਂ ਹੀ ਤਾਂ ਕਈ ਵਾਰੀ ਬੈਠਿਆਂ ਬੈਠਿਆਂ ਨੀਂਦ ਆ ਜਾਂਦੀ, ਆਖੋ ਸਤਨਾਮ। ਅਤੇ ਕਈ ਇੱਦਾਂ ਦੇ ਵਿਚਾਰੇ ਜਿਹੜੇ ਮੈਡੀਸਨ ਖਾਂਦੇ ਤਾਂ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ। ਬਾਬਾ ਤੇਰਾ ਕੀਰਤਨ ਕਥਾ ਨਿਤਨੇਮ ਹੁੰਦਾ ਹੋਵੇ ਤਾਂ ਘਰਾੜੇ ਵੱਜਣ ਲੱਗ ਪੈਂਦੇ, ਕਿਉਂਕਿ ਨੂਰ ਹੈ ਨਾ, ਮਾਂ ਗੁਰਬਾਣੀ ਪਿਆਰ ਵੰਡਦੀ ਹੈ। ਤਾਂ ਕਰਕੇ ਥੱਕੇ ਟੁੱਟੇ ਦੁੱਖਾਂ ਦੇ ਮਾਰੇ ਆਪਾਂ ਸਾਰੇ ਆਉਣੇ ਆ, ਅਤੇ ਮਹਾਰਾਜ ਦੇ ਕੋਲ ਆ ਕੇ ਫਿਰ ਰਿਲੈਕਸ ਹੋ ਜਾਈਦਾ, ਇੰਨਾ ਕੁ ਗੂੜਾ ਟਿਕ ਜਾਈਦਾ। ਕਈ ਵਾਰੀ ਫਿਰ ਆਪਣੇ ਆਪ ਦੀ ਸੁੱਧ ਭੁੱਲ ਜਾਂਦੀ ਹੈ। ਤੋ ਇਸ ਕਰਕੇ ਕਈ ਵਾਰੀ ਇੱਥੇ ਮੈਂ ਵੇਖਿਆ ਕੌਤਕ ਸੁਖਮਨੀ ਸਾਹਿਬ ਪੜ੍ਹਦਿਆਂ, ਜੇ ਦੋ ਜਾਣੇ ਆਏ ਤੇ ਇੱਕ ਟੇਕ ਗਿਆ ਤੇ ਦੂਜਾ ਉੱਠਣ ਲੱਗਿਆ, ਉਹਨੇ ਲਾਇਆ ਫਿਰ ਤੇ ਉੱਠਿਆ ਵਿਚਾਰਾ, ਇੱਦਾਂ ਕਹਿੰਦਾ ਚੱਲ ਚੱਲੀਏ ਹੁਣ। ਤੋ ਕਹਿੰਦਾ ਭਾਵ ਵੀ ਹਰ ਕੋਈ ਦੁਖੀ ਹੈ, ਸਹਾਰਾ ਲੱਭਦਾ ਮੋਢਾ ਵੀ ਮੇਰਾ ਕੋਈ ਹੋਵੇ ਮੈਂ ਦੁੱਖ ਸਾਂਝਾ ਕਰਾਂ। ਪਰ ਬਾਪੂ ਨਾਨਕ ਜੀ ਤੇਰੇ ਘਰ ਆ ਕੇ ਤਾਂ ਦੁੱਖ ਹੀ ਖਤਮ ਹੋ ਜਾਂਦੇ, ਸਾਂਝੇ ਕਰਨ ਦੀ ਲੋੜ ਹੀ ਨਹੀਂ। ਦੁੱਖ ਰੋਗ ਸੁਣੀ ਮਹਾਰਾਜ ਤੇਰੀ ਬਾਣੀ 'ਚ ਇੰਨਾ ਕੁ ਰਸ ਹੈ ਵੀ ਮੈਂ ਕਿੰਨਾ ਕੁ ਦੁਖੀ ਹੋਵਾਂ। ਇੱਥੇ ਜਿਨ੍ਹਾਂ ਨੂੰ ਹਸਪਤਾਲਾਂ ਜਵਾਬ ਦਿੱਤਾ ਵੀ ਇੰਨਾ ਦੁੱਖ ਇੰਨਾ ਵੱਧ ਗਿਆ, ਇਹਨਾਂ ਬਚਣਾ ਨਹੀਂ, ਉਹ ਗੁਰੂ ਰਾਮਦਾਸ ਤੇਰੇ ਘਰ ਇਸ਼ਨਾਨ ਕਰਕੇ ਪਾਠ ਸੁਣ ਕੇ ਸਟੇਜਾਂ 'ਤੇ ਕਥਾ ਕਰਦੇ ਰਹੇ ਮਸਕੀਨ ਸਾਹਿਬ ਦੇ ਨਾਲ ਬਹਿ ਕੇ। ਜਿਹੜਾ ਸਾਇੰਸਿਸਟ ਕਹਿੰਦਾ ਸੀ ਕਿ ਮੈਂ ਨਹੀਂ ਮੰਨਦਾ ਕਿ ਬਾਣੀ ਕੀ ਆ, ਰੱਬ ਵੀ ਹੁੰਦਾ, ਵਾਹਿਗੁਰੂ ਸਵਾਰਦਾ ਕੁਝ, ਐਵੇਂ ਲੋਕੀ ਬੈਠੇ ਚੌਂਕੜੇ ਮਾਰ ਕੇ। ਉਹ ਫਿਰ ਰੋ ਕੇ ਕਹਿੰਦਾ ਸੀ, ਕਹਿੰਦਾ ਮੈਂ ਅੱਖੀਂ ਵੇਖਿਆ ਜੇ, ਗੁਰਬਾਣੀ ਨੂੰ ਕਾਗਜ਼ ਨਾ ਸਮਝਿਓ, ਇਹਨੂੰ ਕਦੇ ਅੱਖਰ ਨਾ ਸਮਝਿਓ, ਤੁਹਾਡਾ ਖੁਦਾ ਇਹਦੇ ਵਿੱਚ ਬੈਠਾ ਜੇ, ਜਿਹਨੂੰ ਕੱਢਣਾ ਆ ਜੇ ਉਹ ਫਿਰ ਪਾ ਲੈਂਦਾ ਹੈ। ਸਭ ਜਾਨੋ ਗਿਣਤੀ ਅਵਨੀ ਮਿਨਤੀ ਡੋਡੇ ਬਚ ਦਮਨ ਸਵਾਏ। ਕਹਿੰਦੇ ਪਾਂਦਾ ਜੀ ਫਿਰ ਪਤਾ ਕੀ ਹੈ, ਬਸਾਂ ਹੀ ਬੋਲੇ, ਉਹਨਾਂ 'ਚ ਜਲਾਲ ਕੋਈ ਵੱਖਰਾ ਹੀ ਭਰ ਗਿਆ, ਇੰਨੀ ਕੁ ਰਸ ਅਤੇ ਇੰਨੀ ਕੁ ਉਹਨਾਂ ਦੇ ਅੰਦਰ ਟਿਕਾਓ ਆਇਆ। ਕਹਿੰਦੇ ਨਾਨਕ ਜੀ ਹੁਣ ਵੇਖੋ ਬਾਬਾ ਜੀ ਟੀਚਰ ਬਣ ਗਏ ਅਤੇ ਪਾਂਦਾ ਜੀ ਸਟੂਡੈਂਟ ਬਣ ਗਏ। ਵੇਖੋ ਇਹ ਕਰਦਾ ਹੀ ਰੱਬ। ਜਦੋਂ ਗਏ ਸੀ ਨਾ ਬਗਦਾਦ 'ਚ, ਅਤੇ ਦਸਤਗੀਰ ਨੇ ਪੁੱਛਿਆ ਸੀ, ਕਹਿੰਦੇ ਬਾਬਾ ਰੱਬ ਕੰਮ ਕੀ ਕਰਦਾ? ਸਾਰੇ ਲੋਕ ਕੰਮ ਕਰਦੇ ਕੋਈ ਨਾ ਕੋਈ। ਮੇਰੇ ਪਾਤਸ਼ਾਹ ਕਹਿੰਦੇ ਇਹਦਾ ਸਵਾਲ ਤੈਨੂੰ ਮੈਂ ਦੇਵਾਂਗਾ, ਪਰ ਮੈਨੂੰ ਉੱਥੇ ਲਿਜਾ ਜਿੱਥੇ ਤੇਰਾ ਰਾਜਾ ਬਹਿੰਦਾ। ਮਹਾਰਾਜ ਲੈ ਗਏ ਅਤੇ ਉੱਥੇ ਰਾਜੇ ਦੇ ਤਖਤ 'ਤੇ ਮਹਾਰਾਜ ਕਹਿੰਦੇ ਰਾਜੇ ਨੂੰ ਬੁਲਾਈ। ਆ ਗਿਆ ਰਾਜਾ, ਮਹਾਰਾਜ ਨੇ ਆਪਣੇ ਕੋ ਬੋਰੀ 'ਤੇ ਬਾਤਾ, ਆਪ ਉੱਠ ਪਏ ਚੁੱਪ ਕਰਕੇ, ਅਤੇ ਉਹਦੀ ਕੁਰਸੀ 'ਤੇ ਬਹਿ ਗਏ ਤਖਤ 'ਤੇ, ਅਤੇ ਹੱਸ ਪਏ। ਕਹਿੰਦੇ ਪੀਰ ਜੀ ਜਵਾਬ ਮਿਲ ਗਿਆ। ਕਹਿੰਦੇ ਇਹ ਕੀ ਜਵਾਬ ਹੈ? ਪਹਿਲਾਂ ਉਹ ਉੱਥੇ ਬੈਠਾ, ਉਹਨੂੰ ਇੱਥੇ ਬਹਾ ਕੇ ਤੁਸੀਂ ਮਾਰੇ। ਕਹਿੰਦੇ ਤੇਰਾ ਜਵਾਬ? ਕਹਿੰਦੇ ਜੀ ਮੈਂ ਤਾਂ ਪੁੱਛਿਆ ਵੀ ਰੱਬ ਕੰਮ ਕੀ ਕਰਦਾ, ਅਤੇ ਆਹ ਤੁਸੀਂ ਕੀ ਕੀਤਾ? ਮਾਰੇ ਕਹਿੰਦੇ ਤੈਨੂੰ ਅਜੇ ਵੀ ਸਮਝ ਨਹੀਂ ਆਉਂਦੀ? ਕਹਿੰਦੇ ਜੀ ਮੈਨੂੰ ਤਾਂ ਨਹੀਂ ਆਈ ਮਹਾਰਾਜ। ਕਹਿੰਦੇ ਰੱਬ ਆਹ ਕੰਮ ਕਰਦਾ ਹੀ, ਬੋਰੀ 'ਤੇ ਬੈਠੇ ਨੂੰ ਤਖਤਾਂ 'ਤੇ ਲੈ ਜਾਂਦਾ ਹੀ, ਅਤੇ ਤਖਤਾਂ 'ਤੇ ਬੈਠਿਆਂ ਨੂੰ ਬੋਰੀ 'ਤੇ ਲੈ ਆਉਂਦਾ ਹੀ।
ਆਖੋ ਸਤਨਾਮ। ਉਹਦੀ ਨਜ਼ਰ ਹੋ ਜੇ, ਜਿਹਦੇ ਕੋਲ ਰੋਟੀ ਨਹੀਂ ਸੀ ਪੱਕਦੀ ਉਹ ਅੱਜ ਲੰਗਰ ਲਾਉਣ ਦਿਆ, ਅੱਜ ਸੰਗਤਾਂ ਨੂੰ ਛਕਾਉਣ ਦਿਆ। ਅਤੇ ਜਿਹੜੇ ਲੰਗਰ ਲਾਉਂਦੇ ਸੀ ਵੱਡੇ, ਉਹਨਾਂ ਦੇ ਬੱਚਿਆਂ ਨੂੰ ਹੰਕਾਰ ਆਇਆ, ਅੱਜ ਰੋਟੀ ਨੂੰ ਤਰਸਦੇ ਪਏ। ਰੱਬ ਆਹ ਕੰਮ ਕਰਦਾ ਜੇ, ਬਸ ਉਹਦੀ ਨਜ਼ਰ ਹੀ ਹੋਣੀ ਚਾਹੀਦੀ। ਹੁਣ ਪਾਂਧਾ ਸਟੂਡੈਂਟ ਅਤੇ ਬਾਬਾ ਟੀਚਰ, ਅਤੇ ਪਾਂਧਾ ਹੱਥ ਜੋੜ ਕੇ ਬੜੀ ਨਿਮਰਤਾ 'ਚ ਕਹਿੰਦਾ, ਨਾਨਕ ਜੀ ਮੈਂ ਪਹਾੜੇ ਜਾਣਦਾ ਏ, ਡਿਓੜੇ ਜਾਣਦਾ ਏ, ਸਵਾਏ ਜਾਣਦਾ ਏ। ਹੁਣ ਅੱਜ ਵਾਲੇ ਬੱਚਿਆਂ ਨੂੰ ਨਹੀਂ ਪਤਾ ਡਿਓੜਾ ਕੀ ਹੁੰਦਾ, ਸਵਾਇਆ ਕੀ ਹੁੰਦਾ, ਕਿ ਪਤਾ ਜੀ? ਆਖੋ ਸਤਨਾਮ। ਧੰਨ ਬਾਬਾ ਤੂੰ, ਧੰਨ ਤੇਰੀ ਕਥਾ, ਧੰਨ। ਜੇ ਆ ਕਿਤੇ ਕਥਾ ਭਾਈ ਬਾਲਾ ਜੀ ਨੇ ਨਾ ਸੁਣਾਈ ਹੁੰਦੀ ਤਾਂ ਅੱਜ ਆਪਾਂ ਕਿੱਥੋਂ ਰਸ ਲੈਣਾ ਸੀ। ਇਹ ਤਾਂ ਹੀ ਤਾਂ ਮਾਰੇ ਕਹਿੰਦੇ, ਆਇਆ ਕਰੋ ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਣਤ। ਇਹ ਪੜ੍ਹਾਈ ਵੀ ਨਾਲ ਰੱਖਿਓ, ਤੁਹਾਡੀ ਜ਼ਿੰਦਗੀ 'ਚ ਕਦੇ ਨਿਰਾਸ਼ਤਾ ਨਹੀਂ ਆਊਗੀ। ਅੱਜ ਬੜੇ ਬੜੇ ਕਰੋੜਾਂਪਤੀ ਲੋਕ ਨਿਰਾਸ਼ ਬੈਠੇ, ਪਤਾ ਕਿਉਂ? ਉਹਨਾਂ ਕੋਲ ਦੁਨਿਆਵੀ ਸਭ ਕੁਝ ਹੈ, ਪਰ ਬਾਬੇ ਵਾਲਾ ਕੁਛ ਨਹੀਂ ਹੈਗਾ। ਸਾਡੇ ਕੋਲ ਦੁਨਿਆਵੀ ਕੁਛ ਨਹੀਂ ਹੈਗਾ, ਬਾਬੇ ਵਾਲਾ ਸਾਰਾ ਕੁਛ ਹੈਗਾ। ਆਖੋ ਸਤਨਾਮ। ਅਤੇ ਚਿਹਰੇ ਉਹਨਾਂ ਦੇ ਜਗਦੇ ਰਹਿਣੇ ਜਿਨ੍ਹਾਂ ਦੇ ਕੋਲ ਬਾਬੇ ਦਾ ਖਜ਼ਾਨਾ, ਜਿਨ੍ਹਾਂ ਕੋਲ ਦੁਨਿਆਵੀ, ਉਹਨਾਂ ਰੋਂਦੇ ਹੀ ਰਹਿਣਾ। ਕਿਉਂਕਿ ਬਾਣੀ 'ਚ ਮੋਹਰ ਲੱਗ ਗਈ ਨਾ, ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਬਾਬਾ ਕਹਿੰਦਾ ਜਿੰਨੇ ਵੱਡੇ ਵੱਡੇ ਅਰਬਪਤੀ ਇੰਡਸਟਰੀਆਂ ਦੇ ਮਾਲਕ ਨੇ, ਜਾ ਕੇ ਵੇਖੋ ਉਹ ਦਿਮਾਗ ਦੀ ਦਵਾਈ ਖਾਂਦਾ ਆ। ਕੋਈ ਮਾਈਗ੍ਰੇਨ ਦੀ ਦਾਖਲ ਹੋਇਆ ਪਿਆ, ਉਹਨੂੰ ਸੁੱਝ ਬੁੱਝ ਨਹੀਂ। ਜਿਨ੍ਹਾਂ ਦੇ ਕੋਲ ਕੁਛ ਨਹੀਂ, ਇੱਕ ਫਕੀਰ ਨਾ ਅੱਗ 'ਤੇ ਬੈਠਾ, ਸਮਾਧੀ ਲੱਗ ਗਈ, ਸਿਆਲ ਦਾ ਮਹੀਨਾ ਸੀ, ਅਤੇ ਉਹ ਅੱਗ ਚੰਗਿਆੜੀ ਪੈ ਕੇ ਕੰਬਲੀ ਨੂੰ ਲੱਗ ਗਈ, ਅਤੇ ਕੰਬਲੀ ਸਾਰੀ ਮੱਚ ਗਈ। ਅਤੇ ਕਿਸੇ ਭੱਜ ਕੇ ਆ ਕੇ ਕੰਬਲੀ ਲਾ ਕੇ, ਫਕੀਰਾ ਤੇਰੀ ਕੰਬਲੀ ਸੜ ਗਈ। ਜਦੋਂ ਫਕੀਰ ਨੇ ਅੱਖਾਂ ਖੋਲ੍ਹੀਆਂ ਅਤੇ ਤਾੜੀ ਮਾਰ ਕੇ ਹੱਸ ਪਿਆ। ਉਹ ਕਹਿੰਦਾ ਤੇਰੀ ਕੰਬਲੀ ਲੂਸ ਗਈ, ਤੂੰ ਸੜ ਜਾਣਾ ਸੀ, ਤੂੰ ਹੱਸਣ ਦਿਆਂ। ਕਹਿੰਦਾ ਚੰਗਾ ਉਹ ਭਲਿਆ, ਇਸ ਅੱਗ ਨੇ ਮੈਨੂੰ ਚੇਤਾ ਕਰਾਤਾ ਵੀ ਤੂੰ ਇੱਕ ਦਿਨ ਸੜ ਜਾਣਾ, ਆਪਾਂ ਸਾਰਿਆਂ ਸੜ ਜਾਣਾ। ਜਿਹਨੂੰ ਇਹ ਚੇਤਾ ਮੈਂ ਸੜ ਜਾਣਾ, ਉਹ ਕਦੇ ਕਿਸੇ ਨਾਲ ਨਹੀਂ ਲੜਦਾ, ਉਹ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਕਿਸੇ ਦਾ ਹੱਕ ਨਹੀਂ ਖਾਂਦਾ। ਫਕੀਰ ਕਹਿੰਦਾ ਇਹ ਤਾਂ ਚੰਗਾ ਹੋਇਆ ਅੱਗ ਨੇ ਪਹਿਲਾਂ ਦੱਸਤਾ ਵੀ ਤੂੰ ਸੜ ਜਾਣਾ, ਹੋ ਸਕਦਾ ਮੈਂ ਚੇਤਾ ਭੁਲਾਇਆ ਹੁੰਦਾ। ਕਹਿੰਦੇ ਤੇਰੀ ਕੰਬਲੀ ਸੜ ਗਈ। ਕਹਿੰਦੇ ਇਸ ਕੰਬਲੀ ਸੜੀ ਫਕੀਰ ਦੀ, ਹੱਸਿਆ ਤਾੜੀ ਚੰਗਾ ਗਲੋਂ ਲੈ ਗਿਆ ਮੋਢਿਆਂ ਉਤੋਂ। ਕਹਿੰਦੇ ਚੰਗਾ ਹੋਇਆ, ਐਵੇਂ ਭਾਰ ਚੱਕੀ ਫਿਰਦੇ ਸੀ, ਕਿਉਂਕਿ ਜਿੰਨਾ ਹੀ ਰੱਬ ਦੇ ਨੇੜੇ ਹੋਵਾਂਗੇ ਓਨਾ ਹੀ ਮੋਹ ਘੱਟ ਜਾਣਾ। ਹੁਣ ਗੁੱਸਾ ਨਾ ਕਰ ਲਿਓ, ਕਈਆਂ ਨੇ 5-5 ਛਾਪਾਂ ਪਾਈਆਂ ਹੁੰਦੀਆਂ, 3-3 ਕੜੇ, ਪਤਾ ਨਹੀਂ ਕਈ ਕੁਝ ਨਾ। ਜਦੋਂ ਜਦੋਂ ਗੁਰੂ ਵੱਲ ਨੂੰ ਵਧੀ ਜਾਓਗੇ, ਸਾਰਾ ਕੁਝ ਲੈਂਦਾ ਜਾਣਾ, ਤੁਹਾਡੇ ਮੁੱਖ ਤੋਂ ਵੀ ਸਭ ਕੁਝ ਲੈਣਾ ਸ਼ੁਰੂ ਹੋ ਜਾਣਾ। ਤੁਹਾਡੇ ਹੱਥਾਂ ਪੈ ਸਾਦਾਪਣ ਆ ਜਾਣਾ ਤੁਹਾਡੇ 'ਚ, ਕਿਉਂਕਿ ਇਸ਼ਕ ਹੀ ਇੱਦਾਂ ਦਾ। ਕਿਉਂਕਿ ਬੰਦੇ ਨੂੰ ਫਿਰ ਅਸਲੀ ਆਪਣੇ ਮੁਕਾਮ ਮਰਕਜ਼ ਚੇਤੇ ਆ ਜਾਂਦਾ ਵੀ ਮੈਂ ਨੰਗਾ ਹੀ ਆਇਆ। ਫਿਰ ਕਦੇ ਨਹੀਂ ਕਹੂਗਾ ਵੀ ਛਾਪ ਹੀ ਪਾ ਦਿਓ, ਵਿਚੋਲਿਓ ਕੜਾ ਹੀ ਪਾ ਦਿਓ। ਫਿਰ ਤੇ ਕਹੂ ਨਾ ਵਾਹਿਗੁਰੂ ਜੇ ਲਿਆਂਦੀ ਵੀ ਤੇ ਵਾਪਸ ਲੈ ਜਾਓ, ਮੈਂ ਨਹੀਂ ਪਵਾਉਣੀ ਜੇ। ਕਿਉਂਕਿ ਗੁਰਬਾਣੀ ਕਹਿੰਦੀ ਕੱਪੜ ਰੂਪ ਛੱਡ ਦੁਨੀਆ, ਇੱਥੇ ਪਿਆਰ ਹੈ ਨਾ, ਬਾਬੇ ਦਾ ਨਾਮ ਜਪ ਲਿਆ ਕਰ, ਕਿਤੇ ਤੇਰੇ ਨਾਲ ਚਲੇ ਜਾਵੇਗਾ। ਤੋ ਪਾਂਧਾ ਜੀ ਕਹਿੰਦੇ ਬਾਬਾ ਜੀ ਮੈਂ ਡਿਉੜੇ ਦਾ ਪਹਾੜਾ ਵੀ ਜਾਣਦਾ, ਮੈਂ ਸਵਾਇਆ ਵੀ ਜਾਣਦਾ ਹਾਂ, ਅਤੇ ਇਸ ਕਰਕੇ ਮੈਂ 4.5 ਦਾ ਪਹਾੜਾ ਵੀ ਜਾਣਦਾ, 3.5 ਦਾ ਪਹਾੜਾ ਵੀ ਜਾਣਦਾ, ਅਤੇ 4.5 ਦਾ ਪਹਾੜਾ ਵੀ। ਅਤੇ 4.5 3.5 ਦਾ ਕਿੱਥੋਂ, ਮੈਨੂੰ ਤਾਂ ਆਪ ਨਹੀਂ ਆਉਂਦਾ ਹੈ। ਅਤੇ ਇਹ ਪਟਵਾਰੀਆਂ ਦੀ ਪੜ੍ਹਾਈ ਆ, ਜਿਹਦੇ ਬਾਬਤ ਬਾਬਾ ਨਾਨਕ ਜੀ ਨੂੰ ਪਾਂਧਾ ਜੀ ਕਹਿੰਦੇ ਮੈਂ ਡਿਉੜਾ ਵੀ ਜਾਣਦਾ, ਸਵਾਇਆ ਵੀ ਜਾਣਦਾ, ਮੈਂ 3.5 ਦਾ ਪਹਾੜਾ ਵੀ ਜਾਣਦਾ, 4.5 ਦਾ ਪਹਾੜਾ ਵੀ। ਉੱਥੇ ਬਹੁਤ ਰਸ ਬਣਿਆ ਹੋਵੇਗਾ ਜਦੋਂ ਰੱਬ ਤੇ ਇੱਕ ਪਾਂਧਾ ਗੱਲਾਂ ਕਰਦੇ ਹੋਣਗੇ। ਤੇ ਮਹਾਰਾਜ ਕਹਿੰਦੇ ਵੀ ਇਹਨਾਂ ਪਹਾੜਿਆਂ ਦਾ ਕੀ ਅਰਥ ਹੈ? 3.5 ਦਾ, 4.5 ਦਾ, ਸਵਾਇਆ ਡਿਉੜਾ, 4.5 ਦਾ। ਪਾਂਧਾ ਜੀ ਕਹਿੰਦੇ ਨਾਨਕ ਜੀ ਜਦੋਂ ਪਹਾੜ ਕੱਟਣੇ ਹੋਣ, ਇਮਾਰਤਾਂ ਦਾ ਕੰਮ ਕਰਨਾ ਹੋਵੇ, ਤਜਾਰਤੀ ਦਾ ਕੰਮ ਕਰਨਾ ਹੋਵੇ, ਭਾਵ ਮਿਤੀ ਕਾਟਾ ਸੂਦ ਵੇਰਵੇ ਭਰਨੇ ਹੋਣ, ਪਿੰਡਾਂ ਦੇ ਪਟਵਾਰੀ ਨੂੰ ਇਹ ਪੜ੍ਹਾਈ ਜ਼ਰੂਰੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਤੇ ਕੋਈ ਹੋਰ ਪੜ੍ਹਾਈ ਦੀ ਗੱਲ ਕਰਨ ਲੱਗੇ, ਹੁਣ ਅੱਗੇ ਆ ਜਾਣਾ। ਮਹਾਰਾਜ ਕਹਿੰਦੇ ਅੱਛਾ ਇਹ ਪੜ੍ਹਾਈ ਤਾਂ ਮੈਨੂੰ ਪੜ੍ਹਾਉਣ ਲੱਗਾ ਸੀ ਵੀ ਜ਼ਮੀਨ ਕਿੱਦਾਂ ਕੱਟਣੀ, ਪਹਾੜ ਕਿੱਦਾਂ ਕੱਟਣੇ ਹੈ, ਅਤੇ ਕਿੱਦਾਂ ਮਿਣਤੀ ਕਰਨੀ ਹੈ। ਜਿੱਦਾਂ ਕਿਤੇ ਪੁਰਾਣੇ ਜਾਂਦੇ ਸੀ ਨਾ ਪੈਲੀ ਮਿਲਣ, ਕਹਿੰਦੇ ਵੀ ਕਿੱਲੇ 'ਚ ਕਿੰਨੇ ਮਰਲੇ ਹੁੰਦੇ। ਮੈਨੂੰ ਪੁੱਛਿਆ, ਮੈਂ ਕਿਹਾ ਮੈਨੂੰ ਤਾਂ ਕਿੱਲੇ ਦਾ ਨਹੀਂ ਪਤਾ ਕਿੰਨਾ ਹੁੰਦਾ, ਕਿਉਂਕਿ ਪਹਿਲੇ ਪੋਟਿਆਂ 'ਤੇ ਦੱਸ ਦਿੰਦੇ ਸੀ ਇੰਨੇ ਵਿਸਵੇ
ਇੰਨੇ ਕਿੱਲੇ ਦੇ ਵਿੱਚ ਕਨਾਲਾਂ ਹੁੰਦੀਆਂ, ਇੱਦਾਂ ਉੱਦਾਂ ਪਤਾ ਨਹੀਂ ਕੀ ਕੁਛ ਹੱਥਾਂ 'ਤੇ ਗਿਣ ਜਾਂਦੇ ਸੀ। ਉਦੋਂ ਇਹਨੂੰ ਹੀ ਪੜ੍ਹਾਈ ਕਹਿੰਦੇ ਸੀ। ਜਦੋਂ ਬਾਬਾ ਪੜ੍ਹਨ ਗਿਆ ਵੀ ਜਿਹਨੂੰ ਪਹਾੜੇ ਆ ਜਾਣੇ, ਹਿਸਾਬ ਕਿਤਾਬ ਕਹਿਣਾ ਬੜਾ ਪਾੜਾ ਸ਼ਬਦ ਹੁੰਦਾ ਸੀ ਵੀ ਪਾੜੇ ਨੂੰ ਸੱਦੋ। ਉਦੋਂ ਜਿਹੜੇ ਆਪਾਂ ਤੇ ਅੱਜ ਆਪਾਂ ਕਹਿੰਦੇ ਆ ਨਾ ਵੀ ਅੱਜ ਆਪਣੇ ਬੱਚੇ, ਉਦੋਂ ਸ਼ਬਦ ਹੀ ਪਾੜਾ ਸੀ ਕਿਉਂਕਿ ਅਨਪੜ੍ਹ ਸੀ ਸਾਰੇ। ਕਹਿਣਾ ਕੋਈ ਪਾੜਾ ਬੁਲਾਓ ਜਿਹੜਾ ਆਪਾਂ ਨੂੰ ਹਿਸਾਬ ਕਿਤਾਬ ਕਰਕੇ ਦੱਸੇ। ਅਤੇ ਬਾਬਾ ਨਾਨਕ ਜੀ ਨੂੰ ਪਾਂਧਾ ਕਹਿੰਦਾ ਵੀ ਮੈਂ ਸਾਰਾ ਕੁਝ ਜਾਣਦਾ, ਇਹ ਪਹਾੜੇ ਵੀ ਜਾਣਦਾ, ਅਤੇ ਜਿੰਨਾ ਕੰਮ ਤੇਰੇ ਬਾਪੂ ਪਟਵਾਰੀ ਨੂੰ ਆਉਂਦਾ ਮੈਨੂੰ ਸਾਰਾ ਹੀ ਪਤਾ, ਤਾਂ ਹੀ ਤਾਂ ਮੈਂ ਤੈਨੂੰ ਸਿਖਾਉਣਾ। ਮਹਾਰਾਜ ਹੱਸ ਪਏ, ਕਹਿੰਦੇ ਅਸੀਂ ਨਹੀਂ ਸਿੱਖਣਾ ਸੁਖਣਾ, ਤੂੰ ਤਾਂ ਵੰਡੀਆਂ ਪਾਉਣ ਵਾਲੇ ਕੰਮ ਸਿੱਖਿਆ, ਅਸੀਂ ਤਾਂ ਜੋੜਨ ਵਾਲੇ ਕੰਮ ਕਰਨੇ ਆ। ਤੂੰ ਮੈਨੂੰ ਕਿਉਂਕਿ ਵੰਡੋ ਲਈ ਪਹਾੜੇ ਵਰਤੇ ਜਾਂਦੇ, ਮੈਂ ਵੰਡਣ ਨਹੀਂ, ਲੋਕਾਂ ਨੂੰ ਤੋੜਨ ਨਹੀਂ ਆਇਆ, ਮੈਂ ਤੇ ਜੋੜਨ ਆਇਆ ਏ। ਇਸ ਕਰਕੇ ਅੱਛਾ ਹੋਰ ਕੀ ਪੜ੍ਹਿਓ? ਸਤਿਗੁਰੂ ਮਹਾਰਾਜ ਦੇ ਮਿੱਠੇ ਮਿੱਠੇ ਬਚਨ ਹਨ। ਜਿਸ ਕੇ ਅਨੁਸਾਰੀ ਰੋਜੀ ਥਾਰੀ, ਫਟੋ ਨਾ ਕਿਉਂ ਹਿਤ ਤਾਰ। ਤੇ ਪਾਂਧਾ ਜੀ ਅੱਗੋਂ ਕਹਿੰਦੇ ਨਾਨਕ ਜੀ ਮੈਂ ਮੰਨਦਾ ਏ ਕਿ ਮੈਂ ਲੋਕਾਂ ਦੇ ਪੈਲੀਆਂ ਦੇ ਘਰਾਂ ਦੇ ਟੋਟੇ ਕਰਦਾ। ਜਦੋਂ ਦੋ ਪੁੱਤ ਲੜਦੇ ਤੇ ਮੈਨੂੰ ਸਾਦੇ ਆ, ਪਟਵਾਰੀ ਸਾਹਿਬ ਸਾਡਾ ਬਟਵਾਰਾ ਕਰਾ ਦਿਓ। ਠੀਕ ਹੈ, ਮੈਂ ਲੋਕਾਂ ਨੂੰ ਦੂਰ ਕਰਦਾ ਏ, ਪਰ ਇਹ ਕੰਮ ਸਿੱਖਿਆ ਬੰਦਾ ਰੋਜੀ ਰੋਟੀ ਕਮਾ ਲੈਂਦਾ। ਕਿ ਦੁਨਿਆਵੀ ਜ਼ਿੰਦਗੀ 'ਚ ਪੈਸੇ ਧੇਲੇ ਦੀ ਲੋੜ ਹੁੰਦੀ ਹੈ ਅਤੇ ਰੋਜੀ ਰੋਟੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕਮਾਲ ਕਰੀ ਜਾਣਾ ਪਾਂਧਿਆ। ਇਹਦਾ ਮਤਲਬ ਵੀ ਜਿਹੜਾ ਬੰਦਾ ਵਾਧੇ ਘਾਟੇ ਨਹੀਂ ਕਰਨਾ ਚਾਹੁੰਦਾ ਉਹਨੂੰ ਰੋਟੀ ਮਿਲੂਗੀ ਨਾ। ਮਾਰੇ ਕਹਿੰਦੇ ਇਹ ਵੀ ਤੇਰੀ ਗੱਲ ਗਲਤ ਹੈ। ਸੈਲ ਪੱਥਰ ਮੈਂ ਜੰਤਿ ਉਪਾਏ ਤਾਂ ਕਾ ਰਿਜ਼ਕ। ਰੱਬ ਤਾਂ ਪੱਥਰਾਂ ਦੇ ਵਿੱਚ ਰੋਟੀ ਦਿੰਦਾ, ਤੂੰ ਕਹਿੰਦਾ ਜਿਹਨੂੰ ਪੜ੍ਹਾਈ ਨਹੀਂ ਆਉਂਦੀ ਉਹ ਬੰਦਾ ਰੋਟੀ ਨਹੀਂ ਖਾ ਸਕਦਾ। ਪਰ ਅੱਜ ਮੈਂ ਵੇਖਿਆ ਜੇ ਜਿਹੜੇ ਚਿੱਟੇ ਨਪਾੜੇ ਬੜੀ ਸੋਹਣੀ ਰੋਟੀ ਖਾਂਦੇ, ਭਾਵੇਂ ਰਕਸ਼ਾ ਹੀ ਚਲਾਉਂਦੇ, ਲੂਣ ਨਾਲ ਹੀ ਖਾਂਦੇ, ਪਰ ਹੈ ਬਾਦਸ਼ਾਹ ਜੇ। ਅਤੇ ਜਿਹੜੇ ਪੜ੍ਹੇ ਲਿਖੇ ਹੈ, ਸਾਡਾ ਆਪਣਾ ਹੀ ਇੱਕ ਸੱਜਣ ਰਿਸ਼ਤੇਦਾਰੀ ਦੇ ਵਿੱਚ, ਉਹਨੂੰ 28 ਸਾਲ ਹੋ ਗਏ ਅਮਰੀਕਾ, ਬਹੁਤ ਉੱਧਰ ਕੰਮ ਆਪਣਾ ਖੋਲ੍ਹਿਆ ਹੋਇਆ। ਅਤੇ ਪਿੱਛੇ ਜੇ ਆਏ ਉਹ, ਕਿਉਂਕਿ ਠੰਡ ਦੇ ਵਿੱਚ ਉਹ ਲੋਕ ਇੱਧਰ ਜ਼ਿਆਦਾ, ਹੁਣ ਤਾਂ ਗਰਮੀ ਹੈ, ਅਤੇ ਉਹਨਾਂ ਨੂੰ ਪ੍ਰੋਬਲਮ ਹੋਈ ਪਈ ਮਾਈਗ੍ਰੇਨ ਦੀ। ਪਤਾ ਨਹੀਂ ਕਿੰਨੇ ਕੁ ਲੱਖ ਦੀ ਦਵਾਈ ਖਾ ਲਈ ਹੈ, ਅਤੇ ਕਈ ਵਾਰੀ ਕੌਮਾਂ 'ਚ ਹੀ ਚੱਲ ਜਾਂਦੇ। ਉਹਦਾ ਕਾਰਨ ਕੀ ਪੁੱਛ ਲਿਆ। ਮੈਂ ਕਿਹਾ ਭਾਈ ਸਾਹਿਬ ਜੀ ਇੰਨੇ ਅਮੀਰ ਹੋ ਕੇ ਤੁਸੀਂ ਕਰੋੜਾਂ ਦੇ ਮਾਲਕ, ਅਤੇ ਜਿੱਦਣ ਦੇ ਆਏ ਤੁਸੀਂ ਹੱਸੇ ਕਿਉਂ ਨਹੀਂ ਕਦੇ, ਚੁੱਪ ਜੇ ਬੈਠੇ ਰਹਿੰਦੇ ਹੈ। ਕਹਿੰਦੇ ਬੇਟਾ ਦਰਅਸਲ ਮੈਂ ਸਟਰਗਲ ਹੀ ਇੰਨਾ ਕੁ ਕੀਤਾ, ਮੈਂ ਆਪਣੇ ਪਰਿਵਾਰ ਨੂੰ ਤਾਂ ਰਾਜੇ ਬਣਾਤਾ ਪਰ ਆਪਣਾ ਆਪ ਗਾਲ ਲਿਆ। ਅੱਜ ਮੈਨੂੰ ਮਹਿਸੂਸ ਹੁੰਦਾ ਏ ਕਿ ਨਾ ਮੈਨੂੰ ਪਤਾ ਲੱਗਦਾ ਮੈਂ ਕਿੱਥੇ ਬੈਠਾ, ਕੀ ਕਰਦਾ, ਦਵਾਈ ਨਾਲ ਤੁਰਿਆ ਫਿਰਦਾ। ਮੈਂ ਬਹੁਤ ਪੜ੍ਹਾਈ ਕੀਤੀ, ਇਕੱਲਾ ਗਿਆ ਸੀ ਪਹਿਲਾਂ ਅਮਰੀਕਾ, ਉੱਥੇ ਜਾ ਕੇ ਫਿਰ ਕਰਜ਼ਾ ਲਾਇਆ, ਫਿਰ ਬਾਪੂ ਬੇਬੇ, ਫਿਰ ਭੈਣਾਂ ਵਿਆਹੀਆਂ, ਬਸ ਸਾਰੀ ਜ਼ਿੰਦਗੀ ਦਾ ਦੱਸਿਆ। ਫਿਰ ਉਹਨਾਂ ਨੂੰ 100-150 ਕਿੱਲਾ ਜ਼ਮੀਨ ਬਣਾ ਕੇ ਦਿੱਤੀ, ਫਿਰ ਸਾਰੇ ਇੱਥੇ ਸੱਦੇ, ਪੱਕੇ ਕਰਾਏ, ਸਾਰਿਆਂ ਨੂੰ ਕੰਮ 'ਤੇ ਲਵਾਇਆ, ਬੱਚੀਆਂ ਨੂੰ ਡਾਕਟਰ ਦੀ ਡਿਗਰੀ ਕਰਾਈ, ਵਕੀਲ ਬਣਾਇਆ ਬਾਹਰ। ਅਤੇ ਅੱਜ ਮੈਂ ਕਿਹਾ ਆਪਣੇ ਕੋਲ ਕੀ ਆ? ਕਹਿੰਦੇ ਆਪਣੇ ਕੋਲ ਚਿੰਤਾ। ਅਤੇ ਮੈਂ ਕਿਹਾ ਇਹੋ ਹੀ ਪੜ੍ਹਾਈ ਬਾਬਾ ਨਾਨਕ ਸ਼ੁਰੂ 'ਚ ਪੜ੍ਹਾ ਦਿੰਦਾ ਵੀ ਆਪਣੇ ਬੱਚੇ ਨੂੰ ਕਮ ਸੇ ਕਮ ਜਪਜੀ ਸਾਹਿਬ ਦਾ ਪਾਠ ਕੰਠ ਕਰਾਓ, ਕਿਉਂਕਿ ਇਹ ਪੜ੍ਹਾਈਆਂ ਤੁਹਾਨੂੰ ਸੋਚਾਂ 'ਚ ਡੋਬ ਦੇਣਗੀਆਂ, ਰੋਲ ਦੇਣਗੀਆਂ। ਅਤੇ ਬਾਬੇ ਦੀ ਪੜ੍ਹਾਈ ਜਿਹੜੀ ਹੈ ਉਹ ਤਾਂ ਆਨੰਦ ਵਰਤਾਉਂਦੀ ਹੈ। ਬਿਦ ਜੀ ਬਾਤਾ ਸੁਨ ਸ਼ਰੁਤ ਪਾਤਾ, ਵਾਹੇ ਪਰਨੇ ਅਪਾਰ। ਕਹਿੰਦੇ ਜਦੋਂ ਪਾਂਧੇ ਨੇ ਇਹ ਗੱਲਾਂ ਸੁਣੀਆਂ ਨਾ ਮੇਰੇ ਨਾਨਕ ਦੀਆਂ, ਪਤਾ ਨਹੀਂ ਉਹਨੂੰ ਇੱਦਾਂ ਲੱਗਾ ਜਿਵੇਂ ਮੇਰੇ ਅੰਦਰ ਕੋਈ ਰੂਹ ਪੈਦਾ ਹੋ ਗਈ ਹੋਵੇ, ਮੈਨੂੰ ਕੋਈ ਨਵੀਂ ਦੁਨੀਆ ਦਿਸ ਪਈ ਹੋਵੇ, ਕੋਈ ਹੋਰ ਹੀ ਸਮਾਂ ਜਿਹੜਾ ਉੱਥੇ ਆਉਣਾ ਕੀਤਾ ਹੈ। ਜਬ ਦੁਖ ਪਾਵੇ ਹੋਤ ਨਹੀਂ ਛੁਟਕਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਂਧਾ ਜੀ ਬੋਲਦੇ ਨਹੀਂ ਹੈ। ਕਹਿੰਦੇ ਪਾਤਸ਼ਾਹ ਬੋਲਣ ਜੋਗਾ ਰਿਹਾ ਹੀ ਨਹੀਂ। ਮੇਰੀ ਪੜ੍ਹਾਈ ਜਿਹੜੀ ਮੈਂ ਕੀਤੀ 15-20 ਸਾਲਾਂ 'ਚ, ਤੂੰ ਤਾਂ 5 ਮਿੰਟਾਂ 'ਚ ਫੇਲ ਕਰਤੀ, ਕਿਉਂਕਿ ਉਹਨੇ ਸਾਰੀ ਪੜ੍ਹਾਈ ਡਿਉੜੇ ਸਵਾਏ, 3.5 4.5 ਪੌਣੇ 5 ਜੋ ਵੀ ਪੜ੍ਹਾਈ ਕੀਤੀ। ਬਾਬੇ ਨੇ ਪੁੱਛਿਆ ਸੀ ਨਾ ਵੀ ਦੱਸ ਕੀ ਪੜ੍ਹਿਆ, ਕਿੰਨਾ ਪੜ੍ਹਿਆ, ਅਤੇ ਜਿਹੜੀ ਪੜ੍ਹਾਈ ਉਹਨੇ 15 ਸਾਲਾਂ 'ਚ ਕੀਤੀ ਬਾਬੇ ਨੇ 5 ਮਿੰਟਾਂ 'ਚ ਖ਼ਤਮ ਕਰਤੀ। ਹੁਣ ਮਾਰੇ ਕਹਿੰਦੇ ਪਾਂਧਾ ਜੀ ਬੋਲਦੇ ਨਹੀਂ ਹੈ। ਕਹਿੰਦੇ ਬਾਬਾ ਬੋਲਣਾ ਕਿਆ ਕਹੀਏ, ਮੈਨੂੰ ਆਉਂਦਾ ਹੀ ਕੁਝ ਨਹੀਂ। ਹੁਣ ਮਹਾਰਾਜ ਕਹਿੰਦੇ ਪਹਿਲਾਂ ਤਾਂ ਬੜਾ ਕਹਿੰਦਾ ਸੀ ਪੜ੍ਹਾਉਣਾ ਏ, ਮੇਰਾ ਖੁਦਾ ਸੀ ਨਾ। ਇੱਥੇ ਵੀ ਜਿਹੜੀ ਸੰਗਤ ਪਿਆਰ ਨਾਲ ਸੁਣਦੀ ਬੜਾ ਕੁਝ ਮਿਲਦਾ ਜੇ ਬਾਬੇ ਕੋਲੋਂ। ਜ਼ਿੰਦਗੀ ਇੱਥੋਂ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ ਹੈ। ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੋਲ। ਕਹਿੰਦੇ ਬਾਬਾ ਹੁਣ ਮੈਂ ਨਹੀਂ, ਹੁਣ ਤੂੰ ਹੀ ਬੋਲ,
ਤੂੰ ਬੋਲ ਤੇ ਮੈਂ ਸੁਣਨਾ ਏ। ਮੇਰੇ ਪਾਤਸ਼ਾਹ ਕਹਿੰਦੇ ਫਿਰ ਇਹ ਜਿਹੜਾ ਅਦਭੁਤ ਜਲਾਲ ਹੈ ਨਾ ਦੁਨੀਆ ਦਾ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਸਾਰੇ ਕਿਸੇ ਨੇ ਮੋਹ ਦਾ ਰੂਪ ਧਾਰ ਕੇ ਜੀਵ ਨੂੰ ਵਿੱਚ ਬੰਨਿਆ ਹੋਇਆ ਏ। ਅਤੇ ਆਹ ਜਿਹੜੀਆਂ ਦੁਨੀਆ ਦੀਆਂ ਪਰੰਪਰਾ ਨੇ, ਰਿਸ਼ਤੇਦਾਰੀਆਂ ਦੇ ਹਿਸਾਬ ਕਿਤਾਬ ਏ, ਇਹ ਬੰਦੇ ਨੂੰ ਸੰਗਲ ਪਏ ਹੋਏ ਆ। ਹਰ ਬੰਦਾ ਇਹਨਾਂ ਮੋਹ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਜਕੜਿਆ ਹੋਇਆ ਹੈ। ਅੰਧ ਵਿਸ਼ਵਾਸ ਦੇ ਵਿੱਚ, ਵਾਧੇ ਘਾਟੇ 'ਚ, ਕੀਤੇ ਕਿਰਾਏ 'ਚ ਇਹ ਪੜ੍ਹਾਈਆਂ ਜਿਹੜੀਆਂ ਮਹਾਰਾਜ ਕਹਿੰਦੇ ਫਾਈਆਂ ਪਾ ਦਿੱਤੀਆਂ ਹਨ। ਸਭ ਵੈਸ ਬਿਹਾਵੇ ਪੁਨ ਪਛਤਾਵੇ ਜਬ ਜਾਵੇ ਜਮ ਦੁਆਰ। ਕਹਿੰਦੇ ਇੱਦਾਂ ਦੀਆਂ ਪੜ੍ਹਾਈਆਂ ਕਰਕੇ ਲੋਕੀ ਘਰ ਬਣਾ ਲੈਂਦੇ, ਬੱਚੇ ਪੈਦਾ ਕਰ ਲੈਂਦੇ, ਗੱਡੀਆਂ ਲੈ ਲੈਂਦੇ, ਬਹੁਤ ਵੱਡਾ ਕਾਰੋਬਾਰ ਚਲਾ ਲੈਂਦੇ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਫਿਰ ਉਹਨਾਂ ਦੀ ਮੌਤ ਆਉਂਦੀ, ਸਾਰਾ ਫਜ਼ੂਲ ਹੀ ਚਲਾ ਜਾਂਦਾ, ਕੁਛ ਵੀ ਉਹਨਾਂ ਦੇ ਪੱਲੇ ਨਹੀਂ ਰਹਿ ਜਾਂਦਾ। ਘਰ ਵੀ ਬੱਚੇ ਸਾਂਭ ਲੈਂਦੇ ਹੈ, ਕਾਰੋਬਾਰ ਵੀ ਬੱਚੇ ਸਾਂਭ ਲੈਂਦੇ ਆ, ਜੋ ਵੀ ਜਾਇਦਾਦ ਪੈਸਾ ਉਹ ਵੀ ਬੱਚੇ, ਅਤੇ ਤੈਨੂੰ ਕੀ ਮਿਲਣਾ? 2.5 ਕੁਆਂਟਲ ਬਾਲਣ, ਅਤੇ ਜਾਂ ਇੱਕ ਪਾਠ, ਜੇ ਤੇ ਪਰਿਵਾਰ ਭਾਵਨਾ ਵਾਲਾ ਹੋਇਆ ਤੇ ਅਖੰਡ ਪਾਠ ਰਖਾਊ, ਕੀਰਤਨ ਕਥਾ ਕਰਾਊਗਾ। ਅਤੇ ਜੇ ਵਿਚਾਰੇ ਮੇਰੇ ਵਰਗੇ ਹੋਏ ਤੇ ਉਹਨਾਂ ਕਹਿਣਾ ਬਾਬਾ ਜੀ ਸੁਖਮਨੀ ਸਾਹਿਬ ਕਰ ਦਿਓ। ਅਤੇ ਉਹ ਕਹਿੰਦੇ ਕੋਈ ਕਥਾ ਕੀਰਤਨ ਨਹੀਂ, ਵਾਹਿਗੁਰੂ ਇੱਦਾਂ ਕਿ ਠੀਕ ਆ, ਵਧੀਆ। ਕਈਆਂ ਵਿਚਾਰਿਆਂ ਨਾਲ ਇੱਦਾਂ ਹੋਇਆ ਕਿ ਗੁੱਸਾ ਨਾ ਕਰਿਓ, ਸਮਾਂ ਵੀ ਕੁਝ ਵੇਖਣਾ ਪੈਂਦਾ। ਇਹ ਬਾਹਰੇ ਦੀ ਬਾਣੀ ਨੂੰ ਕੋਈ ਝੂਠਾ ਨਹੀਂ ਕਰ ਸਕਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਈ ਮੈਂ ਵੇਖੇ 200 ਕਿੱਲੇ ਦੇ ਮਾਲਕ ਸੀ, ਜਦੋਂ ਕਰੋਨਾ ਦਾ ਮਾਹੌਲ ਸੀ, ਵਾਕਿਆ ਹੀ ਉਹਨਾਂ ਦੇ ਭੋਗ 'ਤੇ 5-7 ਜਾਣੇ ਬੈਠੇ ਬਸ। ਇਹ 'ਚ ਕੋਈ ਸ਼ੱਕ ਨਹੀਂ ਉਹਦੀਆਂ ਖੇਡਾਂ ਜੇ। ਮਾਰੇ ਕਹਿੰਦੇ ਹੁੰਦਿਆਂ ਦਾਨ ਪੁੰਨ ਕਰ ਲਾ ਜਿੰਨਾ ਹੀ ਕੀਤਾ ਜਾਂਦਾ, ਮੁੜ ਕੇ ਕਿੱਥੇ ਕਿਸੇ ਨੇ ਤੇਰਾ ਰੁਪਈਆ ਦੇਣਾ ਗੁਰੂ ਘਰੇ, ਅਗਲਿਆਂ ਨੇ ਪਹਿਲਾਂ ਹਿਸਾਬ ਲਾ ਲੈਣਾ। ਤਾਂ ਇਸ ਕਰਕੇ ਮਾਰੇ ਪਾਂਦੇ ਨੂੰ ਕਹਿੰਦੇ ਪਾਂਦਾ ਜੀ ਪੜ੍ਹਾਈ ਠੀਕ ਹੈ ਤੁਹਾਡੀ ਵੀ ਬਹੁਤ ਕੁਝ ਬੰਦੇ ਨੂੰ ਰੋਟੀ 'ਤੇ ਪਾ ਦਿੰਦੀ, ਪਰ ਅੰਤ ਨੂੰ ਬੰਦਾ ਖਾਲੀ ਅਤੇ ਫਜ਼ੂਲ ਹੋ ਕੇ ਜਦੋਂ ਰੱਬ ਦੇ ਧਰਮ ਰਾਜ ਦੇ ਘਰ ਜਾਂਦਾ। ਇਹ ਲੇਖਾ ਗਾਹੇ ਛੁਟਿਓ ਜੇ ਚਾਹੇ ਜੋ ਮੈਂ ਕਰੂੰ ਵਿਚਾਰ। ਮਹਾਰਾਜ ਕਹਿੰਦੇ ਫਿਰ ਜਦੋਂ ਲੇਖਾ ਮੰਗਿਆ ਜਾਣਾ ਪਾਂਦਾ ਜੀ, ਉੱਥੇ ਕੀ ਜਵਾਬ ਦਓਗੇ? ਤੁਹਾਨੂੰ ਤਾਂ ਮੇਰੇ ਅੱਗੇ ਜਵਾਬ ਨਹੀਂ ਆਉਂਦਿਆ। ਮੈਂ ਤੁਹਾਨੂੰ 5 ਮਿੰਟ ਪੁੱਛਿਆ, ਤੁਸੀਂ ਕਿਹਾ ਤੁਸੀਂ ਸੁਣਾਈ ਜਾਓ, ਮੈਂ ਨਹੀਂ ਸੁਣਾ ਸਕਦਾ। ਅਤੇ ਜਦੋਂ ਫਿਰ ਰੱਬ ਦੇ ਦਰਬਾਰ 'ਚ ਗਏ, ਉਹਨੇ ਵੀ ਪੁੱਛਣਾ ਹੈ ਵੀ ਤੈਨੂੰ 60-70 ਸਾਲ ਧਰਤੀ 'ਤੇ ਭੇਜਿਆ, ਕੀ ਕਰਕੇ ਆਇਆ? ਅਤੇ ਤੂੰ ਫਿਰ ਕੀ ਕਹੇਂਗਾ ਵੀ ਮੈਂ ਉੱਥੇ ਚੋਰੀ ਕੀਤੀ, ਚੁਗਲੀਆਂ ਕੀਤੀਆਂ, ਨਿੰਦਿਆ ਕੀਤੀ, ਲੋਕਾਂ ਦਾ ਹੱਕ ਖਾਧਾ, 2 ਨੰਬਰ ਦਾ ਪੈਸਾ ਇਕੱਠਾ ਕਰਕੇ ਕੋਠੀ ਪਾਲੀ, ਬੱਚੇ ਸੈੱਟ ਕਰ ਲਏ। ਅਤੇ ਮਹਾਰਾਜ ਨੇ ਕਹਿਣਾ ਹੁਣ ਤੈਨੂੰ ਕੌਣ ਸੈੱਟ ਕਰੂਗਾ? ਤੂੰ ਦੱਸ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਹੈ, ਫਰੀਦਾ ਜਿੰਨੀ ਕਮੀ ਤੇ ਕਮੜੇ ਮਤ ਸ਼ਰਮਿੰਦਾ ਸਾਈਂ। ਧੰਨ ਮੇਰੇ ਗੁਰੂ ਨਾਨਕ ਸਾਹਿਬ ਦੀ 5 ਮਿੰਟ ਦੀ ਵਿਆਖਿਆ ਨੇ 50 ਸਾਲ ਪੜ੍ਹੇ ਹੋਏ ਪਾਂਦੇ ਨੂੰ ਚੁੱਪ ਕਰਾਤਾ। ਚੁੱਪ। ਬਾਬੇ ਨਾਨਕ ਦਾ ਇੱਕ ਇੱਕ ਅੱਖਰ ਬੜਾ ਕੀਮਤੀ ਜੇ। ਮਹਾਰਾਜ ਦੀ ਬਾਣੀ ਨੂੰ ਜ਼ਰੂਰ ਪੜ੍ਹਿਆ ਕਰੋ। ਇਹ ਪਿਓ ਦਾਦੇ ਦਾ ਖਜ਼ਾਨਾ ਹੈ ਅਤੇ ਮਹਾਰਾਜ ਸਾਨੂੰ ਦੇ ਰਿਹਾ, ਅਤੇ ਤਕੜੇ ਹੋ ਕੇ ਝੋਲੀਆਂ ਭਰਿਆ ਕਰੋ। ਦਿੰਦਾ ਦੇ ਲੈਂਦੇ ਥੱਕ ਪਾਹੀ, ਦਿੰਦਾ ਦੇ ਲੈਂਦੇ ਥੱਕ ਪਾਹੀ, ਦਿੰਦਾ ਦੇ ਲੈਂਦੇ ਥੱਕ ਪਾਹੀ, ਦਿੰਦਾ ਦੇ ਲੈਂਦੇ ਥੱਕ ਪਾਹੀ। ਜੁਗਾ ਜੁਗੰਤਰ ਖਾਹੀ ਖਾਹੀ, ਜੁਗਾ ਜੁਗੰਤਰ ਖਾਹੀ ਖਾਹੀ, ਜੁਗੰਤਰ ਖਾਹੀ ਖਾਹੀ, ਜੁਗਾ ਜੁਗੰਤਰ ਖਾਹੀ ਖਾਹੀ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ,
ਕੋਈ ਦਾਤਾ ਹੈ। ਧੰਨ ਮੇਰੇ ਪ੍ਰਭੂ ਮਾਲਕ ਵਾਹਿਗੁਰੂ ਜੀ, ਜਿਨ੍ਹਾਂ ਵਿਸਾਰਿਓ ਨਾ ਕਦੇ। ਇਸੇ ਤਰ੍ਹਾਂ ਭਾਵਨਾ ਨਾਲ ਗੁਰਬਾਣੀ ਕੀਰਤਨ ਕਥਾ ਸਤਿਗੁਰਾਂ ਦੀ ਸਰਵਣ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ